ਗੁੱਡ ਮਾਰਨਿੰਗ ਸਟੂਡੈਂਟ। ਬੇਟਾ ਲਾਸਟ ਲੈਕਚਰ ਦੇ ਵਿੱਚ ਕੁਝ ਇੰਪੋਰਟੈਂਟ ਪੁਆਇੰਟਸ ਸਾਡੇ ਰਹਿ ਗਏ ਸੀਗੇ। ਅੱਜ ਅਸੀਂ ਬੇਟਾ ਉਹ ਡਿਸਕਸ ਕਰਨ ਜਾ ਰਹੇ ਹਾਂ। ਬੇਟਾ ਸਾਡੇ ਕੋਲ ਦੋ ਚਾਰਜਡ ਸਫੀਅਰ ਨੇ। ਦੋਨੋਂ ਸਫੀਅਰ ਦੇ ਉੱਪਰ ਬੇਟਾ ਅਸੀਂ ਇਕੁਅਲ ਚਾਰਜ ਜਿਹੜਾ ਹੈ ਉਹ ਡਿਸਟ੍ਰੀਬਿਊਟ ਕਰਤਾ। ਇਹਦੇ ਉੱਪਰ ਵੀ ਬੇਟਾ ਕਿਊ ਹੈ, ਇਹਦੇ ਉੱਪਰ ਵੀ ਕਿਊ ਹੈ, ਪਰ ਬੇਟਾ ਦੋਨਾਂ ਦਾ ਜਿਹੜਾ ਸਫੀਅਰ ਦਾ ਸਾਈਜ਼ ਹੈ ਬੇਟਾ ਉਹ ਡਿਫਰੈਂਟ ਹੈ। ਇੱਕ ਦਾ ਰੇਡੀਅਸ ਬੇਟਾ ਆਰ ਹੈ, ਮੰਨ ਲਓ ਇੱਕ ਦਾ ਰੇਡੀਅਸ ਬੇਟਾ 2r ਹੈ। ਹੁਣ ਕੁਐਸਚਨ ਇਹ ਹੈ ਇਹਨਾਂ ਵਿੱਚੋਂ ਬੇਟਾ ਪੋਟੈਂਸ਼ੀਅਲ ਜਿਹੜਾ ਹੈ ਕਿਸ ਸਫੀਅਰ ਉੱਪਰ ਜ਼ਿਆਦਾ ਹੋਏਗਾ। ਸਾਨੂੰ ਪਤਾ ਬੇਟਾ ਜਿਹੜਾ ਪੋਟੈਂਸ਼ੀਅਲ ਹੈ ਉਹਦਾ ਫਾਰਮੂਲਾ 1/4 ਪਾਈ ਐਪਸਾਈਲੋਨ ਨੋਟ Q/r। ਬੇਟਾ ਪੋਟੈਂਸ਼ੀਅਲ ਜਿਹੜਾ ਵੇਰੀ ਕਰਦਾ ਹੈ ਇਨਵਰਸਲੀ ਪ੍ਰੋਪੋਰਸ਼ਨ ਟੂ r। ਬੇਟਾ Q ਤੇ ਦੋਨਾਂ ਚਾਰजेस ਉੱਪਰ ਸੇਮ ਹੈ, ਇਹਦਾ ਮਤਲਬ ਬੇਟਾ ਸਾਰੀ ਚੀਜ਼ ਤੇ ਬੇਟਾ ਕੌਂਸਟੈਂਟ ਹੋ ਗਈ। ਨੋ ਪੋਟੈਂਸ਼ੀਅਲ ਬੇਟਾ ਰੇਡੀਅਸ ਦੇ ਅਕੋਰਡਿੰਗ ਚੱਲਦਾ ਹੈ। ਜਿਸ ਸਫੀਅਰ ਦਾ ਰੇਡੀਅਸ ਘੱਟ ਹੋਏਗਾ ਉੱਥੇ ਬੇਟਾ ਪੋਟੈਂਸ਼ੀਅਲ ਜਿਹੜਾ ਹੈ ਉਹ ਜ਼ਿਆਦਾ ਹੋਏਗਾ। ਤੇ ਰੇਡੀਅਸ ਬੇਟਾ ਜਿਹੜਾ ਹੈਗਾ ਫਸਟ ਡਾਇਗਰਾਮ 'ਚ ਹੈ, ਇਹਦਾ ਮਤਲਬ ਜਿਹੜਾ ਪਹਿਲਾ ਸਫੀਅਰ ਹੈ ਸਮੋਲਰ ਸਫੀਅਰ, ਇਹਦਾ ਜਿਹੜਾ ਬੇਟਾ ਪੋਟੈਂਸ਼ੀਅਲ ਜਿਹੜਾ ਹੈ ਜ਼ਿਆਦਾ ਹੋਏਗਾ। ਸਮੋਲ ਸਫੀਅਰ ਜਾਂ ਬੇਟਾ ਸਮੋਲਰ ਸਫੀਅਰ ਹੈਵ greater potential. Now come to next point. The second one is ਬੇਟਾ ਸਾਡੇ ਕੋਲ ਇੱਕ ਹੋਲੋ ਮੈਟਲ ਦਾ ਇੱਕ ਸਫੀਅਰ ਹੈ ਜਿਸ ਦਾ ਰੇਡੀਅਸ r ਹੈ। ਪੋਟੈਂਸ਼ੀਅਲ ਔਨ ਦਾ ਸਰਫੇਸ ਇਜ਼ 80 ਵੋਲਟ। ਬੇਟਾ ਸਰਫੇਸ ਦੇ ਉੱਪਰ ਜਿਹੜਾ ਪੋਟੈਂਸ਼ੀਅਲ ਹੈ ਸਾਨੂੰ ਗਿਵਨ ਹੈ 80 ਵੋਲਟ। ਪੋਟੈਂਸ਼ੀਅਲ ਬੇਟਾ ਅਸੀਂ ਸੈਂਟਰ 'ਤੇ ਨਿਕਾਲਣਾ ਹੈ, ਇਹਦੇ ਸੈਂਟਰ 'ਤੇ ਕਿੰਨਾ ਪੋਟੈਂਸ਼ੀਅਲ ਹੋਏਗਾ। ਇਹਦੇ ਵਾਸਤੇ ਬੇਟਾ ਇੱਕ ਪੁਆਇੰਟ ਯਾਦ ਰੱਖਣਾ ਹੈ। ਅਸੀਂ ਜਦੋਂ ਗੌਸੀਸ ਥਿਊਰਮ ਪੜ੍ਹੀ ਸੀ ਉਹਦੀ ਐਪਲੀਕੇਸ਼ਨਾਂ ਪੜ੍ਹੀਆਂ, ਉਹਦੇ 'ਚ ਬੇਟਾ ਇੱਕ ਅਸੀਂ ਹੋਲੋ ਸਫੀਅਰ ਜਿਹਨੂੰ ਬੇਟਾ ਆਪਾਂ ਸ਼ੈੱਲ ਵੀ ਬੋਲਦੇ ਹਾਂ, ਇੱਕ ਐਪਲੀਕੇਸ਼ਨ ਪੜ੍ਹੀ ਸੀ ਕਿ ਹੋਲੋ ਸ਼ੈੱਲ ਦੇ ਅੰਦਰ ਬੇਟਾ ਇਲੈਕਟ੍ਰਿਕ ਫੀਲਡ 0 ਹੁੰਦਾ ਹੈ। E is 0 ਇਨਸਾਈਡ ਦੀ ਸ਼ੈੱਲ। ਤੁਹਾਡੇ ਕੋਲ ਇੱਕ ਬੇਟਾ ਹੋਲੋ ਸਫੀਅਰ ਹੈ, ਉਹਦੇ ਅੰਦਰ ਬੇਟਾ ਇਲੈਕਟ੍ਰਿਕ ਫੀਲਡ 0 ਹੈ। ਹਾਂਜੀ ਬੇਟਾ ਕਲੀਅਰ। ਜੇ ਇਹਦੇ ਅੰਦਰ ਇਲੈਕਟ੍ਰਿਕ ਫੀਲਡ 0 ਹੈ ਤੇ ਬੇਟਾ ਸਾਨੂੰ ਫਾਰਮੂਲਾ ਪਤਾ ਹੈ ਕਿ E = dV/dr। ਇਲੈਕਟ੍ਰਿਕ ਫੀਲਡ ਇਜ਼ ਦਾ ਨੈਗੇਟਿਵ ਆਫ ਪੋਟੈਂਸ਼ੀਅਲ ਗ੍ਰੇਡੀਐਂਟ। ਬੇਟਾ ਜੇ E 0 ਹੈ ਇਹਦਾ ਮਤਲਬ dV/dr 0 ਹੋ ਗਿਆ। ਇਹਦਾ ਮਤਲਬ ਬੇਟਾ ਜਿਹੜਾ V ਹੈ ਸਾਡਾ ਕੌਂਸਟੈਂਟ, ਕਿਉਂਕਿ ਡਿਫਰੈਂਸ਼ੀਏਸ਼ਨ ਜਦੋਂ 0 ਆਏ ਇਹਦਾ ਮਤਲਬ V ਕੌਂਸਟੈਂਟ। ਅੰਦਰ ਇਲੈਕਟ੍ਰਿਕ ਫੀਲਡ ਬੇਟਾ 0 ਹੈ ਪਰ ਅੰਦਰ ਬੇਟਾ ਜਿਹੜਾ ਪੋਟੈਂਸ਼ੀਅਲ ਹੈ ਉਹ ਕੌਂਸਟੈਂਟ ਹੈ। ਹਰ ਜਗ੍ਹਾ ਤੇ ਬੇਟਾ ਪੋਟੈਂਸ਼ੀਅਲ ਸੇਮ ਹੋਏਗਾ, ਜਿੰਨਾ ਸਰਫੇਸ ਤੇ ਆ ਬੇਟਾ ਓਨਾ ਹੀ ਅੰਦਰ ਹੋਏਗਾ। ਇਹਦਾ ਮਤਲਬ ਬੇਟਾ ਸੈਂਟਰ ਤੇ ਵੀ ਜਿਹੜਾ ਪੋਟੈਂਸ਼ੀਅਲ ਹੈ ਉਹ 80 ਵੋਲਟ ਹੀ ਹੋਏਗਾ। ਹਾਂਜੀ ਬੇਟਾ ਕਲੀਅਰ। ਹੋਲੋ ਸ਼ੈਲ ਦੇ ਅੰਦਰ ਜਿੰਨਾ ਪੋਟੈਂਸ਼ੀਅਲ ਹੈ ਓਨਾ ਹੀ ਹੋਲੋ ਸ਼ੈਲ ਦੇ ਸਰਫੇਸ ਦੇ ਉੱਪਰ ਪੋਟੈਂਸ਼ੀਅਲ ਹੁੰਦਾ ਹੈ। ਹੋਲੋ ਸ਼ੈਲ ਦੇ ਅੰਦਰ ਜਿਹੜਾ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ 0 ਹੈ। ਨਾਓ ਕਮ ਟੂ ਨੈਕਸਟ ਪੁਆਇੰਟ। ਬੇਟਾ ਪੋਟੈਂਸ਼ੀਅਲ ਆਫ ਅਰਥ ਇਜ਼ ਟੇਕਨ ਐਜ਼, ਅਸੀਂ ਬੇਟਾ ਅਰਥ ਦਾ ਪੋਟੈਂਸ਼ੀਅਲ ਜਿਹੜਾ 0 ਮੰਨਦੇ ਹਾਂ ਕਿ ਅਰਥ ਜਿਹੜੀ ਬੇਟਾ ਇੰਨਾ ਵੱਡਾ ਸਫੀਅਰ ਹੈ ਕਿ ਉਹਦੇ ਉੱਪਰ ਬੇਟਾ ਅਸੀਂ ਥੋੜ੍ਹਾ ਬਹੁਤਾ ਚਾਰਜ ਨਿਕਾਲ ਲਈਏ ਜਾਂ ਚਾਰਜ ਉਹਨੂੰ ਬੇਟਾ ਦੇ ਵੀ ਦਈਏ, ਉਹਦੇ ਪੋਟੈਂਸ਼ੀਅਲ 'ਚ ਬੇਟਾ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ। ਉਹਦਾ ਪੋਟੈਂਸ਼ੀਅਲ ਹਮੇਸ਼ਾ ਬੇਟਾ ਕੌਂਸਟੈਂਟ ਰਹਿੰਦਾ ਹੈ ਤੇ ਬੇਟਾ ਫਿਰ ਉਹਨੂੰ ਅਸੀਂ ਰੈਫਰੈਂਸ ਦੇ ਲਈ ਆਪਣੇ ਜਿਹੜੀ ਚੀਜ਼ ਕੌਂਸਟੈਂਟ ਹੈ ਅਸੀਂ ਉਹਨੂੰ ਰੈਫਰੈਂਸ ਲਈ ਉਹਦਾ ਪੋਟੈਂਸ਼ੀਅਲ ਅਸੀਂ ਬੇਟਾ 0 ਮੰਨ ਕੇ ਚੱਲਦੇ। ਨਾਓ ਪੁਆਇੰਟ ਨੰਬਰ 4 ਬੇਟਾ ਇਸ ਡਾਇਗਰਾਮ ਦੇ ਵਿੱਚ ਇਲੈਕਟ੍ਰਿਕ ਫੀਲਡ ਬੇਟਾ ਤੁਹਾਨੂੰ ਯੂਨੀਫਾਰਮ ਅਸੀਂ ਸ਼ੋ ਕੀਤਾ ਹੋਇਆ ਹੈ ਵਿਦ ਦਾ ਪੈਰਲਲ ਲਾਈਨਸ। ਇਸ ਇਲੈਕਟ੍ਰਿਕ ਫੀਲਡ ਦੇ ਅੰਦਰ ਬੇਟਾ ਸਾਡੇ ਕੋਲ 3 ਪੁਆਇੰਟ ਨੇ ਤੇ ਕੁਐਸਚਨ ਹੈ ਇਹਨਾਂ ਤਿੰਨਾਂ ਪੁਆਇੰਟਾਂ ਵਿੱਚੋਂ ਬੇਟਾ ਕਿਸ ਪੁਆਇੰਟ ਦੇ ਉੱਤੇ ਪੋਟੈਂਸ਼ੀਅਲ ਸਭ ਨਾਲੋਂ ਜ਼ਿਆਦਾ ਹੋਏਗਾ। ਪਹਿਲਾ ਪੁਆਇੰਟ ਤੇ ਬੇਟਾ ਅਸੀਂ ਯਾਦ ਰੱਖਣਾ ਹੈ ਕਿ ਬੇਟਾ ਜਿਹੜਾ ਇਲੈਕਟ੍ਰਿਕ ਫੀਲਡ ਹੈ, ਇਲੈਕਟ੍ਰਿਕ ਫੀਲਡ ਉਸ ਦੀ ਬੇਟਾ ਡਾਇਰੈਕਸ਼ਨ ਜਿਹੜੀ ਹੈ, ਪਹਿਲਾਂ ਇਹਨੂੰ ਯਾਦ ਕਰ ਲਓ ਬੇਟਾ, ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕਿੱਧਰ ਹੁੰਦੀ ਹੈ ਬੇਟਾ, ਹਾਈ ਪੋਟੈਂਸ਼ੀਅਲ ਤੋਂ ਟੂ ਬੇਟਾ ਲੋ ਪੋਟੈਂਸ਼ੀਅਲ ਵਾਲੇ ਪਾਸੇ ਹੁੰਦੀ ਹੈ। ਇਹ ਯਾਦ ਰੱਖਣਾ ਹੈ। ਇਲੈਕਟ੍ਰਿਕ ਫੀਲਡ ਦੀ ਜਿਹੜੀ ਹੈ ਡਾਇਰੈਕਸ਼ਨ ਹੈ
ਉਹ ਹਾਈ ਪੋਟੈਂਸ਼ੀਅਲ ਟੂ ਲੋ ਪੋਟੈਂਸ਼ੀਅਲ ਹੁੰਦੀ ਹੈ। ਜੇ ਇਲੈਕਟ੍ਰਿਕ ਫੀਲਡ ਬੇਟਾ ਇਸ ਸਾਈਡ ਤੇ ਜਾ ਰਿਹਾ ਹੈ, ਇੱਧਰ ਬੇਟਾ ਹਾਈ ਪੋਟੈਂਸ਼ੀਅਲ ਹੋਏਗਾ, ਇੱਧਰ ਬੇਟਾ ਲੋ ਹੋਏਗਾ। ਹੁਣ ਤੁਸੀਂ ਬੇਟਾ ਦਾ ਆਨਸਰ ਦੇ ਸਕਦੇ ਹੋ ਕਿ ਕਿਸ ਪੁਆਇੰਟ ਦੇ ਉੱਤੇ ਬੇਟਾ ਪੋਟੈਂਸ਼ੀਅਲ ਜ਼ਿਆਦਾ ਹੋਏਗਾ। ਇਹਦਾ ਮਤਲਬ ਸਭ ਨਾਲੋਂ ਜ਼ਿਆਦਾ ਪੋਟੈਂਸ਼ੀਅਲ ਬੇਟਾ B ਪੁਆਇੰਟ ਦੇ ਉੱਤੇ ਹੋਏਗਾ, ਕਿਉਂਕਿ ਇਹ ਨੀਅਰ ਹੈ। ਇਹਦਾ ਮਤਲਬ VB ਦਾ ਪੋਟੈਂਸ਼ੀਅਲ ਜ਼ਿਆਦਾ ਹੋਏਗਾ VC ਨਾਲੋਂ, ਤੇ ਬੇਟਾ VC ਦਾ ਪੋਟੈਂਸ਼ੀਅਲ ਜਿਹੜਾ ਹੈ ਜ਼ਿਆਦਾ ਹੋਏਗਾ VA ਨਾਲੋਂ। ਹਾਂਜੀ ਬੇਟਾ ਕਲੀਅਰ। ਨਾਓ ਨੈਕਸਟ ਪੁਆਇੰਟ, ਇਨ ਦਿਸ ਡਾਇਗਰਾਮ ਬੇਟਾ ਸਾਡੇ ਕੋਲ ਦੇਖ ਰਹੇ ਹੋ ਬੇਟਾ X ਐਕਸਿਸ ਹੈ ਤੇ ਇੱਕ Y ਐਕਸਿਸ ਹੈ। ਇਸ ਰੈਕਟੈਂਗੂਲਰ ਤੁਹਾਡੇ ਕੋਲ ਸਿਸਟਮ ਦੇ ਵਿੱਚ ਬੇਟਾ ਸਾਡੇ ਕੋਲ ਓਰੀਜਨ ਦੇ ਉੱਤੇ ਇੱਕ ਚਾਰਜ ਪਿਆ ਹੈ। ਹਾਂਜੀ ਬੇਟਾ ਕਲੀਅਰ। ਇੱਕ ਚਾਰਜ ਬੇਟਾ ਸਾਡੇ ਕੋਲ ਹੋਰ ਹੈ, ਉਹ ਹੈ ਬੇਟਾ ਸਾਡੇ ਕੋਲ ਕੈਪੀਟਲ Q। ਦੂਸਰਾ ਚਾਰਜ ਇੱਕ ਹੋਰ ਹੈ ਕੈਪੀਟਲ Q। ਇਸ ਕੈਪੀਟਲ Q ਚਾਰਜ ਨੂੰ ਅਸੀਂ ਬੇਟਾ A ਪੁਆਇੰਟ ਤੋਂ B ਪੁਆਇੰਟ ਤੇ ਕਰਨਾ ਹੈ, ਤੇ ਬੇਟਾ ਅਸੀਂ ਨਿਕਾਲਣਾ ਹੈ ਕਿੰਨਾ ਅਸੀਂ ਬੇਟਾ ਵਰਕ ਕਰਾਂਗੇ। ਹਾਊ ਮਚ ਵਰਕ ਵਿਲ ਬੀ ਡਨ ਇਨ ਟੇਕਿੰਗ ਏ ਚਾਰਜ Q ਫਰੋਮ A ਪੁਆਇੰਟ ਟੂ B। ਹਾਂਜੀ ਬੇਟਾ ਜਿਹੜਾ ਵਰਕ ਡਨ ਹੈ ਇਹਦਾ ਫਾਰਮੂਲਾ ਪੜ੍ਹਿਆ ਸੀ Q VB ਮਾਈਨਸ VA। ਵਰਕ ਡਨ ਇਜ਼ ਇਕੁਅਲ ਟੂ ਚਾਰਜ, ਅੱਗੇ ਆ ਗਿਆ ਬੇਟਾ VB ਮਾਈਨਸ VA। ਹਾਂਜੀ ਬੇਟਾ ਕਲੀਅਰ। ਜੇ ਸਾਨੂੰ ਬੇਟਾ ਇਹਨਾਂ ਦੋਨਾਂ ਪੁਆਇੰਟਾਂ ਦਾ ਪੋਟੈਂਸ਼ੀਅਲ ਪਤਾ ਲੱਗ ਜਾਏ ਤੇ ਬੇਟਾ ਸਾਡਾ ਵਰਕ ਨਿਕਲ ਆਏਗਾ। ਇਕੁਅਲ ਟੂ ਬੇਟਾ ਅਸੀਂ ਕਿਹੜਾ ਚਾਰਜ ਲੈ ਕੇ ਆ ਰਹੇ ਹਾਂ, ਅਸੀਂ ਤੇ ਲੈ ਕੇ ਆ ਰਹੇ ਬੇਟਾ ਕੈਪੀਟਲ Q। ਬੇਟਾ ਇਹ ਫਾਰਮੂਲਾ ਲਿਖਿਆ ਸੀ ਮੈਂ, ਇੱਥੇ ਸਿੰਪਲ ਹੈ ਚਾਰਜ ਲਿਖਿਆ ਹੈ, ਇਹ ਵਾਲਾ ਚਾਰਜ ਨਹੀਂ ਹੈ, ਠੀਕ ਹੈ ਬੇਟਾ। ਤੇ ਅਸੀਂ ਜਿਹੜਾ ਚਾਰਜ ਲੈ ਕੇ ਆਣਾ ਹੈ ਉਹ ਸਾਡੇ ਕੋਲ ਕਿਹੜਾ ਹੈ ਕੈਪੀਟਲ Q। ਹੁਣ ਦੇਖੋ ਬੇਟਾ ਇਸ ਨੇ ਸਮਾਲ q ਨੇ ਬੇਟਾ ਇੱਥੇ ਵੀ ਪੋਟੈਂਸ਼ੀਅਲ ਪੈਦਾ ਕਰਨਾ ਹੈ, ਤੇ ਸਮਾਲ q ਨੇ ਬੇਟਾ ਇੱਥੇ ਵੀ ਪੋਟੈਂਸ਼ੀਅਲ ਪੈਦਾ ਕਰਨਾ ਹੈ। ਇੱਥੋਂ ਡਿਸਟੈਂਸ ਹੈ ਬੇਟਾ ਸਾਡੇ ਕੋਲ x ਐਕਸਿਸ ਉੱਪਰ a, ਤੇ ਬੇਟਾ ਜਿਹੜਾ y ਐਕਸਿਸ ਹੈ ਇਹਦਾ ਡਿਸਟੈਂਸ ਵੀ ਸਾਡੇ ਕੋਲ ਬੇਟਾ a ਹੈ। ਚਾਰਜ ਬੇਟਾ ਦੋਨਾਂ ਵਾਸਤੇ ਸੇਮ, ਡਿਸਟੈਂਸ ਵੀ ਸੇਮ, ਤੇ ਬੇਟਾ ਪੋਟੈਂਸ਼ੀਅਲ ਦਾ ਫਾਰਮੂਲਾ ਤੇ ਸਾਨੂੰ ਪਤਾ ਹੈ 1/4 ਪਾਈ ਐਪਸਾਈਲੋਨ ਨੋਟ Q/R। Q ਬੇਟਾ ਸੇਮ ਚਾਰਜ ਨੇ ਇੱਥੇ ਪੈਦਾ ਕਰਨਾ ਹੈ, ਪੋਟੈਂਸ਼ੀਅਲ ਸੇਮ ਇੱਥੇ ਪੈਦਾ ਕਰਨਾ ਹੈ। ਬੇਟਾ ਡਿਸਟੈਂਸ ਵੀ ਦੋਨਾਂ ਵਾਸਤੇ ਸੇਮ ਹੈ, Q ਵੀ ਸੇਮ ਬੇਟਾ, ਡਿਸਟੈਂਸ ਵੀ ਸੇਮ। ਇਹਦਾ ਮਤਲਬ ਜਿੰਨਾ ਪੋਟੈਂਸ਼ੀਅਲ VB ਤੇ ਹੋਏਗਾ ਓਨਾ ਹੀ ਪੋਟੈਂਸ਼ੀਅਲ ਬੇਟਾ VA ਤੇ ਹੋਏਗਾ। ਦਿਸ ਇੰਪਲਾਈ ਬੇਟਾ ਜੇ VB ਵਿੱਚੋਂ ਅਸੀਂ ਮਾਈਨਸ VA ਕਰਾਂਗੇ ਤੇ ਆਨਸਰ ਕਿੰਨਾ ਆਏਗਾ 0। ਤੇ ਬੇਟਾ ਜੇ ਇਹ ਪੋਟੈਂਸ਼ੀਅਲ ਡਿਫਰੈਂਸ 0 ਹੈ, ਇੱਥੇ ਬੇਟਾ 0 ਮਲਟੀਪਲਾਈ ਹੋਣ ਤੋਂ ਬਾਅਦ ਕਿੰਨਾ ਆਏਗਾ ਬੇਟਾ 0। ਸਾਨੂੰ ਕੋਈ ਵਰਕ ਜਿਹੜਾ ਹੈ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਬੇਟਾ ਦੋਨੋਂ ਪੁਆਇੰਟਾਂ ਦਾ ਪੋਟੈਂਸ਼ੀਅਲ ਸੇਮ ਹੈ। ਨਾਓ ਕਮ ਟੂ ਨੈਕਸਟ ਪੁਆਇੰਟ। ਨਾਓ ਇਨ ਦਿਸ ਪ੍ਰੋਬਲਮ ਬੇਟਾ ਇੱਕ ਸਾਡੇ ਕੋਲ ਚਾਰਜ ਹੈ +Q, ਇਹਦੇ ਅਰਾਊਂਡ ਜਿਹੜਾ ਹੈ ਐਲਿਪਟੀਕਲ ਪਾਥ ਦੇ ਵਿੱਚ ਬੇਟਾ ਸਾਡੇ ਕੋਲ ਇੱਕ ਹੋਰ ਚਾਰਜ ਹੈ -Q ਬੇਟਾ, ਉਹ ਰਿਵੋਲਵ ਕਰ ਰਿਹਾ। ਜਿਸ ਤਰ੍ਹਾਂ ਬੇਟਾ ਅਸੀਂ ਗੱਲ ਕਰੀਏ ਨਿਊਕਲੀਅਸ ਦੇ ਉੱਤੇ ਚਾਰਜ ਪੋਜ਼ਿਟਿਵ ਹੈ ਤੇ ਉਹਦੇ ਆਲੇ ਦੁਆਲੇ ਜਿਹੜੇ ਇਲੈਕਟ੍ਰੋਨਸ ਨੇ ਵੈਸੇ ਹੀ ਸਰਕੂਲਰ ਪਾਥ ਮੰਨਦੇ ਆ, ਵੈਸੇ ਐਲਿਪਟੀਕਲ ਹੈ। ਹਾਂਜੀ ਉਹ ਬੇਟਾ ਇਲੈਕਟ੍ਰੋਨ ਜਿਹੜਾ ਹੈ ਨੈਗੇਟਿਵ ਚਾਰਜ ਪਾਰਟੀਕਲ ਇਸ Q ਚਾਰਜ ਦੇ ਅਰਾਊਂਡ ਬੇਟਾ ਮੂਵ ਕਰ ਰਿਹਾ ਇਨ ਐਲਿਪਟੀਕਲ ਪਾਥ। ਅਸੀਂ ਦੇਖਣਾ ਬੇਟਾ ਆ ਸਾਰੀ ਵੈਲਿਊਜ਼ ਉੱਪਰ ਕੀ ਫਰਕ ਪਏਗਾ। ਪਹਿਲਾ ਹੈ ਬੇਟਾ ਟਾਰਕ ਕਿੰਨੀ ਐਕਟ ਹੋਏਗੀ, ਐਂਗੂਲਰ ਮੋਮੈਂਟਮ ਬਾਰੇ ਡਿਸਕਸ਼ਨ ਕਰਾਂਗੇ, ਲੀਨੀਅਰ ਵੈਲੋਸਿਟੀ ਬਾਰੇ ਡਿਸਕਸ਼ਨ ਕਰਾਂਗੇ, ਤੇ ਬੇਟਾ ਲੀਨੀਅਰ ਮੋਮੈਂਟਮ ਬਾਰੇ। ਪਹਿਲੀ ਗੱਲ ਤੇ ਬੇਟਾ ਜਦੋਂ ਇਹ -Q ਜਿਹੜਾ ਹੈ ਇਹਦੇ ਅਰਾਊਂਡ ਘੁੰਮ ਰਿਹਾ ਹੈ ਤੇ ਬੇਟਾ ਇੱਥੇ ਇਹਦਾ ਮਤਲਬ ਕੂਲਮ ਫੋਰਸ ਤੇ ਲੱਗੇਗੀ, ਦੋਨਾਂ ਚਾਰਜਿਸ ਵਿੱਚ ਜਿਹੜੀ ਹੈ ਫੋਰਸ ਆਫ ਅਟਰੈਕਸ਼ਨ ਕਰਕੇ ਕੂਲਮ ਫੋਰਸ ਲੱਗੇਗੀ। ਬੇਟਾ ਕੂਲਮ ਫੋਰਸ ਦਾ ਨੇਚਰ ਕੱਲ ਵੀ ਦੱਸਿਆ ਸੀ ਕਿ ਇਹ ਹੁੰਦੀ ਹੈ ਸੈਂਟਰਲ ਫੋਰਸ ਹੈ, ਇਟ ਆਲਵੇਜ਼ ਐਕਟ ਅਲੋਂਗ ਦੀ ਲਾਈਨ ਜੁਆਇਨਿੰਗ ਦਾ ਸੈਂਟਰ ਆਫ ਟੂ ਚਾਰਜਿਸ। ਤੇ ਬੇਟਾ ਜਿਹੜੀ ਸੈਂਟਰਲ ਫੋਰਸ ਹੈ ਅਸੀਂ ਪੜ੍ਹਿਆ +1 ਦੇ ਵਿੱਚ ਹੀ ਬੇਟਾ ਪੜ੍ਹਦੇ ਹਾਂ ਰੇਡੀਅਲ ਫੋਰਸ, ਤੇ ਬੇਟਾ ਰੇਡੀਅਲ ਜਿਹੜੀ ਫੋਰਸ ਹੁੰਦੀ ਹੈ ਕਦੀ ਵੀ ਟਾਰਕ ਪੈਦਾ ਨਹੀਂ ਕਰਦੀ। ਸੈਂਟਰਲ ਫੋਰਸ ਕਰਕੇ ਬੇਟਾ ਹਮੇਸ਼ਾ ਟਾਰਕ 0 ਆਉਂਦੀ ਹੈ। ਟਾਰਕ ਨੂੰ ਬੇਟਾ ਪੈਦਾ ਕਰਨ ਵਾਸਤੇ ਸਾਨੂੰ ਟਰਾਂਸਵਰਸ ਫੋਰਸ ਚਾਹੀਦੀ ਹੈ। ਇਹ ਬੇਟਾ ਅਸੀਂ ਆਲਰੇਡੀ +1 ਦੇ ਵਿੱਚ ਜਿਹੜਾ ਹੈ ਸੈਂਟਰ ਆਫ ਮਾਸ ਵਾਲੇ ਚੈਪਟਰ 'ਚ ਅਸੀਂ ਡਿਸਕਸ ਕਰਦੇ ਹਾਂ। ਇਹ ਯਾਦ ਰੱਖਣਾ ਪਏਗਾ ਬੱਚਿਆਂ ਨੂੰ ਕਿ ਸੈਂਟਰਲ ਫੋਰਸ ਜਿਹੜੀ ਹੈ ਉਹ ਤਾਂ ਕੂਲਮ ਹੈ, ਤੇ ਬੇਟਾ ਸੈਂਟਰਲ ਫੋਰਸ ਕਦੀ ਵੀ ਟਾਰਕ ਪੈਦਾ ਨਹੀਂ ਕਰਦੀ। ਇਹਦਾ ਮਤਲਬ ਹੈ ਕਿ ਬੇਟਾ ਟਾਰਕ ਐਕਟਿੰਗ ਵਿਲ ਬੀ 0।
ਤੇ ਜੇ ਬੇਟਾ ਟਾਰਕ 0 ਹੈ, ਅਸੀਂ ਇੱਕ ਆ ਵੀ ਪੜਿਆ ਸੀ ਇਹੀ ਫਾਰਮੂਲਾ ਬੇਟਾ ਕਿ ਟਾਰਕ ਦਾ ਫਾਰਮੂਲਾ ਜਿਹੜਾ ਹੁੰਦਾ ਹੈ dl/dt। ਟਾਰਕ ਇਜ਼ ਗਿਵਨ ਬਾय ਰੇਟ ਆਫ ਚੇਂਜ ਆਫ ਐਂਗੂਲਰ ਮੋਮੈਂਟਮ। ਬੇਟਾ ਨਿਊਟਨ ਦਾ ਸੈਕੰਡ ਲਾਅ ਹੀ ਹੈ। ਇੱਕ ਤੇ ਬੇਟਾ ਨਿਊਟਨ ਦਾ ਸੈਕੰਡ ਲਾਅ ਤੁਸੀਂ ਪੜ੍ਹਦੇ ਜੇ F = ਬੇਟਾ dp/dt ਕਿ ਫੋਰਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਰੇਟ ਆਫ ਚੇਂਜ ਆਫ ਲੀਨੀਅਰ ਮੋਮੈਂਟਮ। ਤੇ ਬੇਟਾ ਜੇ ਰੋਟੇਸ਼ਨ ਚੱਲ ਰਹੀ ਹੈ, ਫੋਰਸ ਦੀ ਜਗ੍ਹਾ ਤੇ ਟਾਰਕ ਆ ਗਿਆ, ਤੇ ਲੀਨੀਅਰ ਮੋਮੈਂਟਮ ਦੀ ਜਗ੍ਹਾ ਤੇ ਬੇਟਾ ਸਾਡਾ ਐਂਗੂਲਰ ਮੋਮੈਂਟਮ ਆ ਜਾਂਦਾ। ਬਟ ਫੋਰਸ ਤੇ ਬੇਟਾ ਸੈਂਟਰਲ ਹੈ, ਟਾਰਕ ਸਾਡੀ ਹੋ ਗਈ ਬੇਟਾ 0। ਇੱਥੇ 0 ਹੋਣ ਕਰਕੇ ਸਾਡੇ ਕੋਲ dl/dt ਆ ਜਾਏਗਾ ਬੇਟਾ, 0 ਦੇ ਇਕੁਅਲ ਆ ਗਿਆ। ਐਂਡ ਦਿਸ ਇੰਪਲਾਈ ਜੇ ਬੇਟਾ dl/dt 0 ਹੈ, ਇਹਦਾ ਮਤਲਬ L ਸਾਡੇ ਕੋਲ ਆ ਗਿਆ ਕੌਂਸਟੈਂਟ। ਵਾਟ ਇਜ਼ L? ਐਂਗੂਲਰ ਮੋਮੈਂਟਮ। ਇਹਦਾ ਮਤਲਬ ਸਾਡਾ ਬੇਟਾ ਜਿਹੜਾ ਐਂਗੂਲਰ ਮੋਮੈਂਟਮ ਹੈ ਇਟ ਵਿਲ ਬੀ ਕੌਂਸਟੈਂਟ। ਹਾਂਜੀ, ਕਲੀਅਰ। ਨਾਓ ਐਂਗੂਲਰ ਮੋਮੈਂਟਮ ਨੂੰ ਬੇਟਾ ਜੇ ਅਸੀਂ ਫਰਦਰ ਜਿਹੜਾ ਹੈ ਡਿਵਾਈਡ ਕਰੀਏ +1 ਦੇ ਅਕੋਰਡਿੰਗ, ਐਂਗੂਲਰ ਮੋਮੈਂਟਮ ਦਾ ਫਾਰਮੂਲਾ ਬੇਟਾ ਅਸੀਂ ਪੜ੍ਹਿਆ ਸੀ P = I ω। P = I ω। Angular momentum is given by the product of moment of inertia and angular velocity। ਬੇਟਾ ਇਹ ਦੋਨੋਂ ਕੌਂਸਟੈਂਟ ਨਹੀਂ, ਇਹਨਾਂ ਦੀ ਪ੍ਰੋਡਕਟ ਕੌਂਸਟੈਂਟ ਹੈ। ਇਹ ਜਿਹੜੀ ਬੇਟਾ ਪ੍ਰੋਡਕਟ ਹੋਏਗੀ ਇਹ ਸਾਡੇ ਕੋਲ ਆਏਗੀ ਹਮੇਸ਼ਾ ਕੌਂਸਟੈਂਟ I ω। ਬੇਟਾ I ਦਾ ਜਿਹੜਾ ਫਾਰਮੂਲਾ ਹੈ ਮੂਵਮੈਂਟ ਆਫ ਇਨਰਸ਼ੀਆ mr², ਅਸੀਂ ਪੜ੍ਹਦੇ ਹਾਂ ਮਾਸ ਇਨਟੂ ਪਰਪੈਂਡੀਕੂਲਰ ਡਿਸਟੈਂਸ ਦਾ ਬੇਟਾ ਸਕੇਅਰ ਕਰਦੇ ਹਾਂ ਐਕਸਿਸ ਆਫ ਰੋਟੇਸ਼ਨ ਤੋਂ। L ਕੌਂਸਟੈਂਟ, ਇਹਦਾ ਮਤਲਬ ਬੇਟਾ ਸਾਡਾ I ω ਕੌਂਸਟੈਂਟ। ਬੇਟਾ ਜੇ L ਕੌਂਸਟੈਂਟ ਹੈ ਤੇ I ਨੂੰ ਬੇਟਾ ਦੇ ਨੀਚੇ ਲੈ ਜਾਂਦੇ ਹਾਂ, ਸਾਡੇ ਕੋਲ ਕੀ ਬਣੇਗਾ I = L/ω। I ਦੀ ਵੈਲਿਊ ਬੇਟਾ ਅਸੀਂ ਨਿਕਾਲ ਲਈ, ਓਮੇਗਾ ਨੀਚੇ ਚਲਾ ਗਿਆ, L ਤੇ ਕੌਂਸਟੈਂਟ ਹੈ, ਇਹਦਾ ਮਤਲਬ ਬੇਟਾ L = ਕੌਂਸਟੈਂਟ ਓਵਰ ਸਾਡੇ ਕੋਲ ਆ ਗਿਆ ਬੇਟਾ ਓਮੇਗਾ। ਹਾਂਜੀ ਬੇਟਾ ਕਲੀਅਰ। ਜਿੱਥੇ ਬੇਟਾ I ਵਧੇਗਾ ਉੱਥੇ ਬੇਟਾ ਸਾਡਾ ਜਿਹੜਾ ਓਮੇਗਾ ਹੈ ਉਹ ਘਟ ਜਾਏਗਾ। ਜਿੱਥੇ I ਇੰਕਰੀਜ਼ ਹੋਏਗਾ ਉੱਥੇ ਬੇਟਾ ਐਂਗੂਲਰ ਜਿਹੜੀ ਵੈਲੋਸਿਟੀ ਹੈ ਉਹ ਡਿਕਰੀਜ਼ ਹੋਏਗੀ। ਹੁਣ ਬੇਟਾ I ਦਾ ਫਾਰਮੂਲਾ ਮੂਵਮੈਂਟ ਆਫ ਇਨਰਸ਼ੀਆ ਦਾ ਫਾਰਮੂਲਾ ਬੇਟਾ ਰੇਡੀਅਸ ਤੇ ਡਿਸਟੈਂਸ ਤੇ ਡਿਪੈਂਡ ਕਰਦਾ ਹੈ। ਉੱਪਰ ਬੇਟਾ ਡਾਇਗਰਾਮ 'ਚ ਦੇਖਦੇ ਹਾਂ ਕਿ ਜੇ ਤੇ ਚਾਰਜ ਬੇਟਾ ਦੂਰ ਹੈ ਉਦੋਂ ਆ ਡਿਸਟੈਂਸ ਜਿਹੜਾ ਹੋਏਗਾ ਜ਼ਿਆਦਾ ਹੋਏਗਾ, ਜਦੋਂ ਚਾਰਜ ਬੇਟਾ ਲਾਗੇ ਆਏਗਾ ਡਿਸਟੈਂਸ ਘਟ ਜਾਏਗਾ। ਇਹਦਾ ਮਤਲਬ ਜਿਹੜਾ ਹੈ I ਬੇਟਾ ਲਗਾਤਾਰ ਚੇਂਜ ਹੋ ਰਿਹਾ। ਜੋ ਚਾਰਜ ਲਾਗੇ ਆਏਗਾ ਬੇਟਾ I ਘਟੇਗਾ ਤੇ ਬੇਟਾ ਨਾਲ ਉਸ ਤੋਂ ਬਾਅਦ ਸਾਡਾ ਜਿਹੜਾ ਓਮੇਗਾ ਵੱਧਦਾ ਜਾਏਗਾ। ਇਟ ਮੀਨਸ I ਘਟਣ ਦੇ ਨਾਲ ਬੇਟਾ I ਵੇਰੀ ਕਰ ਰਿਹਾ ਹੈ ਕਿਉਂਕਿ ਇਲਿਪਟੀਕਲ ਪਾਥ ਹੈ। ਬੇਟਾ ਜੇ ਸਰਕੂਲਰ ਪਾਥ ਹੁੰਦਾ ਤਾਂ ਬੇਟਾ I ਕੌਂਸਟੈਂਟ ਹੁੰਦਾ। ਜੇ I ਚੇਂਜ ਹੋ ਰਿਹਾ ਇਹਦਾ ਮਤਲਬ ਬੇਟਾ ਤੁਹਾਡਾ ਐਂਗੂਲਰ ਵੈਲੋਸਿਟੀ ਵੀ ਜਿਹੜੀ ਹੈ ਉਹ ਚੇਂਜ ਹੋਏਗੀ। ਐਂਗੂਲਰ ਵੈਲੋਸਿਟੀ ਵੀ ਜਿਹੜੀ ਬੇਟਾ ਕੰਟੀਨਿਊਸਲੀ ਜਿਹੜੀ ਹੈ ਉਹ ਚੇਂਜ ਹੋਏਗੀ। ਹਾਂਜੀ ਬੇਟਾ ਕਲੀਅਰ। ਨਾਓ ਉਸ ਤੋਂ ਬਾਅਦ ਜਦੋਂ ਚਾਰਜ ਪਾਰਟੀਕਲ ਬੇਟਾ ਮੂਵ ਕਰ ਰਿਹਾ ਹਰ ਇੱਕ ਜਗ੍ਹਾ ਤੇ ਬੇਟਾ ਇਹਦੀ ਡਾਇਰੈਕਸ਼ਨ ਜਿਹੜੀ ਹੈ ਚੇਂਜ ਹੋ ਰਹੀ ਹੈ। ਡਾਇਰੈਕਸ਼ਨ ਜਿਹੜੀ ਵੈਲੋਸਿਟੀ ਬੇਟਾ ਲੀਨੀਅਰ ਵੈਲੋਸਿਟੀ ਜਿਹੜੀ ਹੁੰਦੀ ਹੈ ਉਹ ਟੈਂਜੈਂਟ ਹੁੰਦੀ ਹੈ ਪਾਥ ਦੇ। ਹਰ ਜਗ੍ਹਾ ਤੇ ਬੇਟਾ ਡਾਇਰੈਕਸ਼ਨ ਚੇਂਜ ਹੋਣ ਕਰਕੇ ਸਾਡੀ ਜਿਹੜੀ ਲੀਨੀਅਰ ਵੈਲੋਸਿਟੀ ਹੈ ਉਹ ਵੀ ਬੇਟਾ ਤੁਹਾਡੀ ਚੇਂਜ ਹੋਏਗੀ। ਬਿਕੋਜ਼ ਵੈਲੋਸਿਟੀ ਜਿਹੜੀ ਹੈ ਉਹ ਬੇਟਾ ਦੋ ਪਾਰਟਸ ਹੁੰਦੇ ਨੇ, ਸਪੀਡ ਤੇ ਡਾਇਰੈਕਸ਼ਨ। ਡਾਇਰੈਕਸ਼ਨ ਚੇਂਜ ਹੋਣ ਕਰਕੇ ਸਾਡੀ ਲੀਨੀਅਰ ਵੈਲੋਸਿਟੀ ਜਿਹੜੀ ਹੈ ਉਹ ਵੀ ਚੇਂਜ ਹੋਏਗੀ। ਤੇ ਬੇਟਾ ਜੇ ਵੈਲੋਸਿਟੀ ਚੇਂਜ ਹੋ ਰਹੀ ਹੈ ਤੇ ਲੀਨੀਅਰ ਮੋਮੈਂਟਮ ਸਾਡਾ ਬੇਟਾ mv ਹੈ। ਜੇ ਵੈਲੋਸਿਟੀ ਚੇਂਜ ਹੋ ਰਹੀ ਹੈ ਤਾਂ ਸਾਡਾ ਬੇਟਾ ਲੀਨੀਅਰ ਮੋਮੈਂਟਮ ਵੀ ਲਗਾਤਾਰ ਕੀ ਹੋਏਗਾ ਚੇਂਜ। ਬੇਟਾ ਸਿਰਫ ਤੇ ਸਿਰਫ ਸਾਡੇ ਕੋਲ ਜਿਹੜਾ ਐਂਗੂਲਰ ਮੋਮੈਂਟਮ ਹੀ ਕੌਂਸਟੈਂਟ ਰਹੇਗਾ। ਐਂਗੂਲਰ ਵੈਲੋਸਿਟੀ ਵੀ ਸਾਡੇ ਕੋਲ ਬੇਟਾ ਅਸੀਂ ਹੁਣੇ ਪ੍ਰੂਵ ਕੀਤਾ ਹੈ ਕਿ ਐਂਗੂਲਰ ਵੈਲੋਸਿਟੀ ਵੀ ਚੇਂਜ ਹੋਏਗੀ ਕਿਉਂਕਿ I ਚੇਂਜ ਹੁੰਦਾ ਹੈ। ਇੱਥੇ ਇੱਕ ਅਸੀਂ ਹੋਰ ਲਿਖ ਸਕਦੇ ਹਾਂ ਕਿ ਐਂਗੂਲਰ ਵੈਲੋਸਿਟੀ ਬਾਰੇ ਬੇਟਾ ਉਹ ਵੀ ਹਰ ਜਗ੍ਹਾ ਤੇ ਕੀ ਹੋਏਗੀ ਚੇਂਜ ਹੋਏਗੀ। ਹਾਂਜੀ ਬੇਟਾ ਕਲੀਅਰ। ਨਾਓ ਇਸ ਤੋਂ ਬਾਅਦ ਨੈਕਸਟ ਪ੍ਰੋਬਲਮ ਬੇਟਾ ਹੁਣ ਅਸੀਂ ਡਿਸਕਸ ਕਰਨ ਲੱਗੇ ਹਾਂ ਕਿ ਜਦੋਂ ਚਾਰਜਿੰਗ ਹੁੰਦੀ ਹੈ ਦੋ ਬਾਡੀਜ਼ ਦੀ ਰਬਿੰਗ ਤੋਂ ਬਾਅਦ ਕੀ ਮਾਸ ਚੇਂਜ ਹੁੰਦਾ ਹੈ।
ਸਾਨੂੰ ਪਤਾ ਬੇਟਾ ਚਾਰਜਿੰਗ ਉਦੋਂ ਹੁੰਦੀ ਹੈ ਜਦੋਂ ਇਲੈਕਟ੍ਰੋਨ ਜਿਹੜੇ ਬੇਟਾ ਟਰਾਂਸਫਰ ਹੁੰਦੇ ਆ। ਇੱਕ ਬਾਡੀ ਨੇ ਇਲੈਕਟ੍ਰੋਨ ਬੇਟਾ ਗੇਨ ਕਰ ਲਏ, ਇਹਨੇ ਬੇਟਾ ਇਲੈਕਟ੍ਰੋਨ ਜਿਹੜੇ ਗੇਨ ਕਰ ਲਏ, ਦੂਸਰੀ ਬਾਡੀ ਨੇ ਇਲੈਕਟ੍ਰੋਨ ਜਿਹੜੇ ਬੇਟਾ ਉਹਨੇ ਲੌਸ ਕਰਤੇ। ਜਿੰਨੇ ਬੇਟਾ ਇਲੈਕਟ੍ਰੋਨ ਗੇਨ ਕੀਤੇ ਆ ਉਹਦੇ ਉੱਪਰ ਬੇਟਾ ਨੈਗੇਟਿਵ ਚਾਰਜ ਆਉਂਦਾ ਹੈ, ਜਿੰਨੇ ਇਲੈਕਟ੍ਰੋਨ ਲੌਸ ਕੀਤੇ ਹੁੰਦੇ ਆ ਬੇਟਾ ਆਲਰੇਡੀ ਡਿਸਕਸ ਕੀਤਾ ਹੈ, ਉਹਦੇ ਉੱਪਰ ਬੇਟਾ ਸਾਡੇ ਕੋਲ ਚਾਰਜ ਆ ਜਾਂਦਾ ਹੈ ਪੋਜ਼ਿਟਿਵ। ਹਾਂਜੀ ਬੇਟਾ ਕਲੀਅਰ। ਜਿੰਨੇ ਬੇਟਾ ਇਲੈਕਟ੍ਰੋਨ ਗੇਨ ਕੀਤੇ, ਇਲੈਕਟ੍ਰੋਨ ਦਾ ਬੇਟਾ ਮਾਸ ਹੁੰਦਾ ਹੈ ਸਾਡੇ ਕੋਲ ਵੈਲਿਊ ਪਤਾ ਹੈ 9.1 × 10⁻³ kg। ਬੇਟਾ ਜੇ ਇਲੈਕਟ੍ਰੋਨ ਗੇਨ ਹੋਏ ਨੇ, ਜੇ ਇੱਕ ਇਲੈਕਟ੍ਰੋਨ ਗੇਨ ਕਰੇਗਾ ਤੇ ਬੇਟਾ ਇੰਨਾ ਮਾਸ ਉਹਨੇ ਗੇਨ ਕੀਤਾ। ਇਹਦਾ ਮਤਲਬ ਜਿਹੜੀ ਬਾਡੀ ਨੈਗੇਟਿਵਲੀ ਚਾਰਜਡ ਹੋਏਗੀ ਉਹਦਾ ਜਿਹੜਾ ਹੈ ਮਾਸ ਬੇਟਾ ਨੈਗੇਟਿਵ ਵਾਲੀ ਜਿਹੜੀ ਬਾਡੀ ਹੈ ਉਹਦਾ ਮਾਸ ਇੰਕਰੀਜ਼ ਹੋ ਜਾਏਗਾ, ਕਿਉਂਕਿ ਉਹਨੇ ਬੇਟਾ ਇਲੈਕਟ੍ਰੋਨ ਗੇਨ ਕੀਤੇ ਤੇ ਬੇਟਾ ਜਿੰਨੇ ਆਪਣੇ ਇਲੈਕਟ੍ਰੋਨ ਲੂਜ਼ ਕਰਤੇ, ਇਸ ਪੋਜ਼ਿਟਿਵ ਚਾਰਜ ਵਾਲੀ ਬਾਡੀ ਦਾ ਜਿਹੜਾ ਹੈ ਉਹ ਮਾਸ ਬੇਟਾ ਸਾਡੇ ਕੋਲ ਡਿਕਰੀਜ਼ ਹੋ ਜਾਏਗਾ। ਇਹਦਾ ਮਤਲਬ ਮਾਸ ਦੇ ਉੱਪਰ ਬੇਟਾ ਫਰਕ ਪੈਂਦਾ ਹੈ ਜਦੋਂ ਅਸੀਂ ਚਾਰਜਿੰਗ ਕਰਦੇ ਹਾਂ। ਨਾਓ ਨੈਕਸਟ ਪੁਆਇੰਟ ਬੇਟਾ, ਨੈਕਸਟ ਪੁਆਇੰਟ ਹੈ ਬੇਟਾ ਏਰੀਆ ਵੈਕਟਰ। ਸਾਨੂੰ ਪਤਾ ਬੇਟਾ ਜਿਹੜਾ ਏਰੀਆ ਵੈਕਟਰ ਹੁੰਦਾ ਹੈ ਕਿਸੇ ਵੀ ਪਲੇਨ ਸਰਫੇਸ ਦੇ ਉੱਪਰ ਇੱਕ ਪਰਪੈਂਡੀਕੂਲਰ ਆਊਟਵਰਡ ਡਰਾ ਕਰਕੇ ਆਪਾਂ ਸ਼ੋ ਕਰਦੇ ਹਾਂ। ਕੋਈ ਵੀ ਸਾਨੂੰ ਪਲੇਨ ਸਰਫੇਸ ਦੇ ਦੇ, ਉਹਦੇ ਉੱਪਰ ਜਿਹੜਾ ਬੇਟਾ ਪਰਪੈਂਡੀਕੂਲਰ ਡਰਾ ਕਰਕੇ ਅਸੀਂ ਏਰੀਆ ਵੈਕਟਰ ਨੂੰ ਅਸੀਂ ਸ਼ੋ ਕਰਦੇ ਹਾਂ। ਮੰਨ ਲਓ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਇੱਕ ਪਲੇਨ ਸਰਫੇਸ ਹੈ ਲਾਈਕ ਦਿਸ। ਬੇਟਾ ਆਹ ਸਾਡੇ ਕੋਲ ਪਲੇਨ ਸਰਫੇਸ ਹੈ ਜਿਹੜਾ ਮੰਨ ਲਓ ਸਾਡੇ ਕੋਲ y ਤੇ z ਪਲੇਨ ਦੇ ਵਿੱਚ ਪਿਆ। ਇੱਕ ਬੇਟਾ ਸਰਫੇਸ ਹੈ ਜਿਹੜਾ ਸਾਡੇ ਕੋਲ y-z ਪਲੇਨ 'ਚ ਹੈ, ਕਲੀਅਰ। ਤੇ ਬੇਟਾ ਜਿਹੜਾ ਏਰੀਆ ਵੈਕਟਰ ਜਿਹੜਾ ਹੋਏਗਾ ਇਹਦੇ ਬਿਲਕੁਲ ਪਰਪੈਂਡੀਕੂਲਰ ਆਊਟਵਰਡ ਹੋਏਗਾ, ਦੈਟ ਵਿਲ ਬੀ ਦਾ ਏਰੀਆ ਵੈਕਟਰ। ਬੇਟਾ ਜੇ ਆਹ ਸਰਫੇਸ ਤੁਹਾਡਾ y-z ਪਲੇਨ 'ਚ ਪਿਆ ਹੈ ਤੇ ਇਹਦਾ ਮਤਲਬ ਬੇਟਾ ਸਾਡਾ ਜਿਹੜਾ ਏਰੀਆ ਵੈਕਟਰ ਹੈ ਉਹ ਬੇਟਾ ਅਲੋਂਗ ਸਾਡੇ ਕੋਲ ਆਏਗਾ ਬੇਟਾ x ਐਕਸਿਸ। ਏਰੀਆ ਵੈਕਟਰ ਸਾਡਾ ਬੇਟਾ x ਐਕਸਿਸ ਦੇ ਅਲੋਂਗ ਆਏਗਾ। ਤੁਸੀਂ ਬੇਟਾ ਪ੍ਰੋਬਲਮ ਵਿੱਚ ਦੇਖਣਾ ਹੈ ਕਿ ਜਿਹੜਾ ਸਰਫੇਸ ਗਿਵਨ ਹੈ ਉਹ ਕਿਸ ਪਲੇਨ 'ਚ ਹੈ। ਜੇ ਸਰਫੇਸ ਬੇਟਾ ਮੈਂ ਲਿਖ ਦਿੰਦਾ ਹੈ ਕਿ XY ਪਲੇਨ 'ਚ ਪਿਆ ਹੈ ਤੇ ਬੇਟਾ ਜਿਹੜਾ ਏਰੀਆ ਵੈਕਟਰ ਜਿਹੜਾ ਹੋਏਗਾ ਸਾਡੇ ਕੋਲ ਉਹ ਹੋਏਗਾ ਬੇਟਾ ਅਲੋਂਗ Z ਐਕਸਿਸ ਵਾਲੇ ਪਾਸੇ ਹੋਏਗਾ। ਹਾਂਜੀ ਬੇਟਾ ਕਲੀਅਰ। ਇਸ ਪ੍ਰੋਬਲਮ ਦੇ ਵਿੱਚ ਮੰਨ ਲਓ ਬੇਟਾ ਇਹਦਾ ਜਿਹੜਾ ਸਰਫੇਸ ਏਰੀਆ ਹੈ DS, ਉਹਦੀ ਵੈਲਿਊ ਬੇਟਾ ਤੁਹਾਡੇ ਕੋਲ ਹੈ 20 ਮੀਟਰ ਸਕੁਅਰ ਜਾਂ ਸੈਂਟੀਮੀਟਰ ਸਕੁਅਰ ਜੋ ਵੀ ਹੈ। ਮੰਨ ਲਓ ਬੇਟਾ ਇਸ ਦਾ ਜਿਹੜਾ ਏਰੀਆ ਹੈ DS 20 ਮੀਟਰ ਸਕੁਅਰ। ਤੇ ਬੇਟਾ ਇਹਨੂੰ ਏਰੀਆ ਵੈਕਟਰ ਕਿਸ ਤਰ੍ਹਾਂ ਲਿਖਾਂਗੇ? ਦੈਨ ਏਰੀਆ ਵੈਕਟਰ ਬੇਟਾ ਉੱਤੇ ਵੈਕਟਰ ਹੁੰਦਾ ਹੈ ਤੇ ਲਿਖਣ ਦਾ ਤਰੀਕਾ ਹੁੰਦਾ ਬੇਟਾ DS ਤੇ ਨਾਲ ਬੇਟਾ ਲਗਾਈਦਾ n ਕੈਪ। ਇਹ ਅੱਗੇ ਬੇਟਾ ਅਸੀਂ ਟੌਪਿਕ ਜਿਹੜਾ ਪਿੱਛੇ ਵੀਡੀਓ ਸੈਂਡ ਕੀਤੀ ਸੀ ਉਹ 'ਚ ਡਿਸਕਸ ਕੀਤਾ ਹੈ। ਏਰੀਆ ਵੈਕਟਰ ਇਜ਼ ਇਕੁਅਲ ਟੂ DS ਇੰਟੂ n ਕੈਪ। n ਕੈਪ ਇਜ਼ ਅ ਯੂਨਿਟ ਵੈਕਟਰ। ਤੇ ਬੇਟਾ ਤੁਸੀਂ ਦੇਖਣਾ ਕਿ ਤੁਹਾਡਾ ਏਰੀਆ ਵੈਕਟਰ ਕਿਸ ਡਾਇਰੈਕਸ਼ਨ 'ਚ ਆਇਆ। ਸਾਡਾ ਆਇਆ ਬੇਟਾ x ਐਕਸਿਸ। ਤੇ ਬੇਟਾ x ਐਕਸਿਸ ਦੇ ਲੌਂਗ ਜਿਹੜੀ ਹੈ ਵੈਲਿਊ ਕਿਹੜੀ ਹੁੰਦੀ ਹੈ ਯੂਨਿਟ ਵੈਕਟਰ i ਕੈਪ, ਨਾਲ ਆ ਜਾਏਗਾ ਬੇਟਾ ਸਾਡੇ ਕੋਲ ਮੀਟਰ ਸਕੁਅਰ। DS ਦੀ ਜਗ੍ਹਾ ਤੇ 20 ਯੂਨਿਟ ਵੈਕਟਰ ਬੇਟਾ i ਕੈਪ ਆ ਜਾਏਗਾ। ਹਾਂਜੀ ਬੇਟਾ ਕਲੀਅਰ ਹੈ। ਏਰੀਆ ਵੈਕਟਰ ਨੂੰ ਡਰਾ ਕਰਨ ਦਾ ਤਰੀਕਾ ਜੇ ਸਾਨੂੰ ਪਹਿਲਾਂ ਦੇਖਣਾ ਪਏਗਾ ਕਿ ਸਾਡੇ ਕੋਲ ਪਲੇਨ ਕਿਹੜੇ ਨੇ। ਜਿੱਧਰ ਨੂੰ ਤੁਹਾਡਾ ਏਰੀਆ ਪਿਆ ਹੈ ਉਹਦੇ ਬਿਲਕੁਲ ਬੇਟਾ ਪਰਪੈਂਡੀਕੂਲਰ ਲਾਈਨ ਡਰਾ ਕਰੋ। ਜੇ XY ਹੈ ਤੇ ਏਰੀਆ ਵੈਕਟਰ Z ਦੇ ਲੌਂਗ, ਉਹਦੇ ਅਕੋਰਡਿੰਗ ਬੇਟਾ ਸਾਨੂੰ i ਕੈਪ, J ਕੈਪ ਤੇ K ਕੈਪ ਜਿਹੜਾ ਹੈ ਤੁਸੀਂ ਲਗਾ ਕੇ ਏਰੀਆ ਵੈਕਟਰ ਬੇਟਾ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਨਾਓ ਨੈਕਸਟ ਪੁਆਇੰਟ। ਨਾਓ ਬੇਟਾ ਨੈਕਸਟ ਪ੍ਰੋਬਲਮ। ਬੇਟਾ ਸਾਡੇ ਕੋਲ ਦੋ ਬਾਲਸ ਨੇ, ਬੋਥ ਕੈਰਿੰਗ ਸੇਮ ਟਾਈਪ ਆਫ ਚਾਰਜ। ਮੰਨ ਲਓ ਬੇਟਾ ਦੋਨਾਂ ਦੇ ਉੱਪਰ ਬੇਟਾ ਜਿਹੜਾ ਚਾਰਜ ਹੈ ਉਹ ਸੇਮ ਹੈ। ਕੀ ਉਹ ਆਪਸ ਵਿੱਚ ਅਟਰੈਕਟ ਕਰ ਸਕਦੀਆਂ ਨੇ? ਬੇਟਾ ਅਸੀਂ ਤੇ ਪੜ੍ਹਿਆ ਕਿ ਓਪੋਜਿਟ ਚਾਰਜਸ ਜਿਹੜੇ ਨੇ ਅਟਰੈਕਟ ਕਰਦੇ ਨੇ ਤੇ ਸਿਮਿਲਰ ਚਾਰਜ ਬਾਡੀਜ਼ ਜਿਹੜੀਆਂ ਨੇ ਉਹ ਰਿਪੈਲ ਕਰਦੀਆਂ। ਪਰ ਹੁਣ ਕੁਐਸਚਨ ਹੈ ਕਿ ਦੋ ਬਾਲਸ ਸੇਮ ਚਾਰਜ ਹੈ ਬੇਟਾ ਉਹਨਾਂ ਉੱਤੇ, ਸੇਮ ਟਾਈਪ ਆਫ ਚਾਰਜ, ਕੀ ਉਹ ਅਟਰੈਕਟ ਕਰਨਗੀਆਂ? ਬੇਟਾ ਇਹਦਾ ਆਨਸਰ ਹੋਏਗਾ ਯੈਸ।
ਇਹ ਬੇਟਾ ਅਟਰੈਕਟ ਕਰ ਸਕਦੀਆਂ, ਪਰ ਬੇਟਾ ਕੰਡੀਸ਼ਨ ਹੈ ਕਿ ਜਿਹੜੀ ਇੱਕ ਬੋਡੀ ਹੈ ਜਾਂ ਇੱਕ ਬਾਲ, ਉਹਦੇ ਉੱਪਰ ਦੂਸਰੇ ਨਾਲੋਂ ਚਾਰਜ ਬਹੁਤ ਜ਼ਿਆਦਾ ਹੋਣਾ ਚਾਹੀਦਾ ਹੈ। ਜੇਕਰ ਵਨ ਬਾਲ ਦੇ ਉੱਪਰ ਦੂਸਰੀ ਬਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਚਾਰਜ ਹੈ, ਦੈਨ ਬੇਟਾ ਇੱਕ ਅਸੀਂ ਪੜ੍ਹਿਆ ਸੀ ਡਿਊ ਟੂ ਇੰਡਕਸ਼ਨ, ਇੱਕ ਇੰਡਕਸ਼ਨ ਇਫੈਕਟ ਵੀ ਅਸੀਂ ਪੜ੍ਹਿਆ ਹੋਇਆ ਹੈ। ਇੰਡਕਸ਼ਨ ਕਰਕੇ ਬੇਟਾ ਇਹ ਦੋਨੋਂ ਬਾਡੀਜ਼ ਜਿਹੜੀਆਂ ਨੇ ਇੱਕ ਦੂਸਰੇ ਨੂੰ ਬੇਟਾ ਅਟਰੈਕਟ ਕਰ ਸਕਦੀਆਂ ਨੇ। ਇਹ ਯਾਦ ਰੱਖਣਾ, ਸਿਮਿਲਰ ਚਾਰਜਡ ਬਾਡੀ ਵੀ ਅਟਰੈਕਟ ਕਰ ਸਕਦੀਆਂ ਨੇ, ਪਰ ਕੰਡੀਸ਼ਨ ਹੈ ਕਿ ਇੱਕ ਬਾਡੀ ਦੇ ਉੱਪਰ ਦੂਸਰੀ ਬਾਡੀ ਦੇ ਮੁਕਾਬਲੇ ਬਹੁਤ ਜ਼ਿਆਦਾ ਚਾਰਜ ਹੋਣਾ ਚਾਹੀਦਾ ਹੈ। ਦੈਨ ਡਿਊ ਟੂ ਇੰਡਕਸ਼ਨ ਦੇ ਕੈਨ ਅਟਰੈਕਟ ਈਚ ਅਦਰ। ਬੇਟਾ ਇਸ ਪ੍ਰੋਬਲਮ ਦੇ ਵਿੱਚ ਸਾਡੇ ਕੋਲ ਦੋ ਪੈਰਲਲ ਸ਼ੀਟਸ ਨੇ। ਬੇਟਾ ਇਹ ਆਰਟੀਕਲ ਤੁਸੀਂ ਗੌਸੀ ਥਿਊਰਮ ਦੀ ਐਪਲੀਕੇਸ਼ਨ ਪੜ੍ਹੀ ਹੈ ਕਿ ਸਾਡੇ ਕੋਲ ਦੋ ਥਿਨ ਇਨਫਾਈਨਾਈਟ ਪਲੇਨ ਪੈਰਲਲ ਸ਼ੀਟਸ ਹੋਣ, ਇੱਕ ਦੂਸਰੇ ਦੇ ਬੇਟਾ ਪੈਰਲਲ ਪਈਆਂ ਨੇ। ਇੱਕ ਦੀ ਸਰਫੇਸ ਚਾਰਜ ਡੈਂਸਿਟੀ ਸਿਗਮਾ 1, ਇੱਕ ਦੀ ਬੇਟਾ ਸਿਗਮਾ 2, ਤੇ ਅਸੀਂ ਇਹ ਤਿੰਨ ਪੁਆਇੰਟਸ ਦੇ ਉੱਪਰ ਬੇਟਾ ਅਸੀਂ ਇਲੈਕਟ੍ਰਿਕ ਫੀਲਡ ਜਿਹੜਾ ਹੈ ਅਸੀਂ ਚੈੱਕ ਕਰਨਾ ਹੈ ਕਿੱਥੇ ਕਿੰਨਾ ਹੋਏਗਾ। ਬੇਟਾ ਅਸੀਂ ਆਰਟੀਕਲ ਤੇ ਨਹੀਂ ਕਰ ਲਏ, ਲੇਕਿਨ ਫਿਰ ਬੇਟਾ ਫਿਰ ਵੀ ਅਸੀਂ ਇਹਨੂੰ ਜਿਹੜਾ ਇਹਦੇ ਰਿਜ਼ਲਟ ਨੇ ਅਸੀਂ ਉਹ ਯਾਦ ਰੱਖਣਾ ਹੈ। ਬੇਟਾ ਇੱਕ ਚੀਜ਼ ਯਾਦ ਰੱਖਣੀ ਹੈ, ਜੇਕਰ ਦੋਨੋਂ ਸ਼ੀਟਸ ਜਿਹੜੀਆਂ ਪੈਰਲਲ ਨੇ, ਇਹਨਾਂ ਦੀ ਸਰਫੇਸ ਚਾਰਜ ਡੈਂਸਿਟੀ ਬੇਟਾ ਸੇਮ ਹੈ, ਸਿਗਮਾ ਸਿਗਮਾ, ਤੇ ਬੇਟਾ ਇਹਨਾਂ ਦੇ ਜਿਹੜੀ ਹੈ ਨੇਚਰ ਵੀ ਸੇਮ ਹੈ। ਮੰਨ ਲਓ ਆ ਵੀ ਪਲੱਸ ਹੈ ਬੇਟਾ, ਆ ਵੀ ਪਲੱਸ, ਦੋਨੋਂ ਉੱਪਰ ਬੇਟਾ ਸੇਮ ਚਾਰਜ, ਪੋਜ਼ਿਟਿਵ ਪੋਜ਼ਿਟਿਵ ਹੈ। ਮਤਲਬ ਮੈਂ ਲਿਖ ਦੇਣਾ ਬੇਟਾ ਸੇਮ ਨੇਚਰ ਆਫ ਚਾਰਜ, ਅਸੀਂ ਲਿਖ ਦਿੰਦੇ ਹਾਂ ਸੇਮ ਨੇਚਰ ਆਫ ਚਾਰਜ, ਦੋਨਾਂ ਦੇ ਉੱਤੇ ਬੇਟਾ ਸੇਮ ਹੈ। ਦੈਨ ਬੇਟਾ ਯਾਦ ਰੱਖਣਾ ਹੈ ਕਿ ਇਲੈਕਟ੍ਰਿਕ ਫੀਲਡ ਜਿਹੜਾ ਹੈ ਵਨ ਰੀਜਨ ਦੇ ਉੱਪਰ ਉਹ ਤੁਹਾਡਾ ਆਏਗਾ ਬੇਟਾ ਸਿਗਮਾ ਓਵਰ ਐਪਸਾਈਲੋਨ ਨੋਟ, ਤੇ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ ਹੈ ਟੂ ਰੀਜਨ ਜਿਹੜਾ ਹੈ ਸੈਕੰਡ ਵਿਚਕਾਰ ਵਾਲਾ ਬੇਟਾ ਰੀਜਨ, ਇੱਥੇ ਆਏਗਾ ਬੇਟਾ 0, ਤੇ ਇਲੈਕਟ੍ਰਿਕ ਫੀਲਡ ਔਨ ਦਾ ਥਰਡ ਰੀਜਨ ਜਿਹੜਾ ਰਾਈਟ ਸਾਈਡ ਤੇ ਹੈ ਬੇਟਾ, ਇਹਦੀ ਵੈਲਿਊ ਵੀ ਸਿਗਮਾ ਓਵਰ ਐਪਸਾਈਲੋਨ ਹੋਏਗੀ। ਬੇਟਾ ਇਹ ਰਿਜ਼ਲਟ ਨੂੰ ਤੁਸੀਂ ਯਾਦ ਰੱਖਣਾ ਹੈ ਕਿ ਜੇਕਰ ਦੋ ਪੈਰਲਲ ਸ਼ੀਟਸ ਹੋਣ, ਦੋਨਾਂ ਦੇ ਉੱਤੇ ਬੇਟਾ ਚਾਰਜ ਦੀ ਨੇਚਰ ਸੇਮ ਹੈ। ਮੰਨ ਲਓ ਜੇ ਇਹਦੇ ਉੱਤੇ ਪੋਜ਼ਿਟਿਵ ਹੈ ਬੇਟਾ, ਇਹਦੇ ਉੱਪਰ ਵੀ ਪੋਜ਼ਿਟਿਵ ਚਾਰਜ ਹੈ, ਮਤਲਬ ਸੇਮ ਚਾਰਜ ਡੈਂਸਿਟੀ ਵੀ ਸੇਮ, ਤੇ ਬੇਟਾ ਉਹਨਾਂ ਦਾ ਜਿਹੜਾ ਸਾਈਨ ਵੀ ਸੇਮ, ਦੈਨ ਇਲੈਕਟ੍ਰਿਕ ਫੀਲਡ ਬੇਟਾ ਇਨਸਾਈਡ ਬੇਟਾ ਜਿਹੜਾ ਉਹ 0 ਹੁੰਦਾ ਜੇ, ਅੰਦਰ ਦੋਨਾਂ ਸ਼ੀਟਾਂ ਦੇ ਅੰਦਰ ਬੇਟਾ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹ ਤੁਹਾਡੇ ਕੋਲ 0 ਆਏਗਾ। ਹਾਂਜੀ ਬੇਟਾ ਕਲੀਅਰ। ਤਾਂ ਸਿਰਫ ਇਲੈਕਟ੍ਰਿਕ ਫੀਲਡ ਬੇਟਾ ਦੋਨੋਂ ਦੇ ਆਊਟਸਾਈਡ ਹੋਏਗਾ, ਇੱਕ ਦੇ ਲੈਫਟ ਇੱਕ ਦੇ ਰਾਈਟ, ਉਹ ਵੈਲਿਊ ਬੇਟਾ ਯਾਦ ਕਰ ਸਕਦੇ ਜੀ। ਪਰ ਇਨ ਕੇਸ ਬੇਟਾ ਦੋਨਾਂ ਦੀ ਨੇਚਰ ਸੇਮ ਨਹੀਂ ਹੈ, ਡਿਫਰੈਂਟ ਨੇਚਰ ਹੈ ਡੈਂਸਿਟੀ ਦੀ, ਡਿਫਰੈਂਟ ਨੇਚਰ ਆਫ ਚਾਰਜ ਡੈਂਸਿਟੀ, ਬੇਟਾ ਇਹਨਾਂ ਦੀ ਜਿਹੜੀ ਨੇਚਰ ਹੈ ਡਿਫਰੈਂਟ ਹੈ, ਇੱਕ ਪੋਜ਼ਿਟਿਵ ਹੈ ਤੇ ਇੱਕ ਬੇਟਾ ਸਾਡੇ ਕੋਲ ਨੈਗੇਟਿਵ ਹੈ। ਦੈਨ ਬੇਟਾ ਇਹ ਤੁਹਾਡੇ ਕੋਲ ਕਪੈਸਿਟਰ ਬਣ ਜਾਏਗਾ, ਇਹ ਤੁਸੀਂ ਬੇਟਾ ਹਾਲੇ ਅਗਲੇ ਚੈਪਟਰ 'ਚ ਪੜ੍ਹ ਰਹੇ ਜੇ। ਹਾਂਜੀ ਬੇਟਾ ਕਲੀਅਰ। ਦੈਨ ਬੇਟਾ ਜਿਹੜਾ ਅੰਦਰ ਵਾਲਾ ਰੀਜਨ ਹੈ ਜਿਹੜਾ ਨੰਬਰ 2, ਉਸ ਟਾਈਮ ਤੇ ਅੰਦਰ ਬੇਟਾ ਜਿਹੜਾ ਫੀਲਡ ਹੋਏਗਾ ਉਹ ਸਿਗਮਾ ਬਾਈ ਐਪਸਾਈਲੋਨ ਨੋਟ, ਤੇ ਬੇਟਾ ਜਿਹੜਾ ਫੀਲਡ ਨੰਬਰ ਪੁਆਇੰਟ 3 ਹੈ ਇੱਥੇ ਵੀ 0 ਹੋਏਗਾ, ਤੇ ਬੇਟਾ 1 ਵਾਲੇ ਪੁਆਇੰਟ ਤੋਂ ਉੱਪਰ ਵੀ ਇਲੈਕਟ੍ਰਿਕ ਫੀਲਡ ਜਿਹੜਾ ਸਾਡਾ ਉਹ 0 ਹੋਏਗਾ। ਬੇਟਾ ਨੋਟ ਕਰ ਲਓ, ਜੇਕਰ ਦੋ ਪਲੇਟਸ ਦੇ ਉੱਪਰ ਸਰਫੇਸ ਚਾਰਜਿਸ ਡੈਂਸਿਟੀ ਸੇਮ ਨੇਚਰ ਦੀ ਹੈ ਤੇ ਅੰਦਰ ਉਹਨਾਂ ਦੇ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ 0 ਹੁੰਦਾ ਹੈ, ਤੇ ਜੇ ਬੇਟਾ ਇੱਕ ਪਲੇਟ ਉੱਪਰ ਪੋਜ਼ਿਟਿਵ ਸਰਫੇਸ ਚਾਰਜ ਡੈਂਸਿਟੀ ਹੈ, ਇੱਕ ਤੇ ਨੈਗੇਟਿਵ ਹੈ, ਤੇ ਦੈਨ ਅੰਦਰ ਬੇਟਾ ਫੀਲਡ ਹੋਏਗਾ ਤੇ ਸਾਈਡਾਂ ਤੇ ਬੇਟਾ ਜਿਹੜਾ ਫੀਲਡ ਹੈ ਉਹ 0 ਹੋਏਗਾ। ਨਾਓ ਕਮ ਟੂ ਨੈਕਸਟ ਪੁਆਇੰਟ। ਬੇਟਾ ਇੱਕ ਕਲੋਜ਼ ਸਰਫੇਸ ਹੈ, ਕਲੋਜ਼ ਸਰਫੇਸ ਦੇ ਵਿੱਚ ਅਸੀਂ ਬੇਟਾ ਡਾਈਪੋਲ ਬੰਦ ਕੀਤਾ ਹੈ, ਤੇ ਬੇਟਾ ਇਹਦਾ ਜੇਕਰ ਅਸੀਂ ਪੁੱਛੀਏ ਕਿ ਫਲਕਸ ਕਿੰਨਾ ਹੋਏਗਾ, ਗੌਸੀਸ ਥਿਊਰਮ ਦੇ ਅਕੋਰਡਿੰਗ ਬੇਟਾ ਜਿਹੜਾ ਇਲੈਕਟ੍ਰਿਕ ਫਲਕਸ ਹੁੰਦਾ ਹੈ E ਵੈਕਟਰ ਡਾਟ ds ਵੈਕਟਰ, ਉਹ ਬੇਟਾ ਡਿਪੈਂਡ ਕਰਦਾ ਹੈ ਕਿ ਚਾਰਜ ਇਨਸਾਈਡ ਨੈਟ ਕਿੰਨਾ ਹੈ, ਤੇ ਬੇਟਾ ਡਾਈਪੋਲ ਦੇ ਉੱਪਰ ਨੈਟ ਚਾਰਜ ਕਿੰਨਾ ਹੈ 0। ਬੇਟਾ ਇਹ ਕੁਐਸਚਨ ਵੀ ਹੋ ਸਕਦਾ ਹੈ ਕਿ ਨੈਟ ਚਾਰਜ ਔਨ ਡਾਈਪੋਲ ਇਜ਼ 0, ਬੇਟਾ ਇੱਥੇ 0 ਭਰਾਂਗੇ ਤੇ ਬੇਟਾ ਸਾਡੇ ਕੋਲ ਸਾਰਾ ਕਿੰਨਾ ਆ ਜਾਏਗਾ 0। ਜਿੰਨਾ ਇਨਵਰਡ ਫਲਕਸ ਬੇਟਾ ਓਨਾ ਹੀ ਸਾਡਾ ਆਊਟਵਰਡ ਫਲਕਸ ਹੋਏਗਾ, ਤੇ ਇਹਦਾ ਮਤਲਬ ਨੈਟ ਫਲਕਸ ਜਿਹੜਾ ਹੋਏਗਾ ਡਾਈਪੋਲ ਦਾ ਉਹ 0 ਹੋ ਜਾਂਦਾ ਹੈ। ਨਾਓ ਕਮ ਟੂ ਨੈਕਸਟ ਪੁਆਇੰਟ। ਨਾਓ ਬੇਟਾ ਸਾਡੇ ਕੋਲ ਕੁਝ ਪਾਰਟੀਕਲਸ ਨੇ, ਇਹਨਾਂ ਬਾਰੇ ਵੀ ਸਾਨੂੰ ਥੋੜੀ ਨੌਲੇਜ ਹੋਣੀ ਚਾਹੀਦੀ ਹੈ। ਸਾਡੇ ਕੋਲ ਪਹਿਲਾ ਪਾਰਟੀਕਲ ਹੈ ਬੀਟਾ ਪਾਰਟੀਕਲ, ਜਿਹਨੂੰ ਬੇਟਾ ਅਸੀਂ ਬੋਲਦੇ ਹਾਂ ਫਾਸਟ ਮੂਵਿੰਗ ਇਲੈਕਟ੍ਰੋਨ। ਬੇਟਾ ਇਲੈਕਟ੍ਰੋਨ ਨਿਊਕਲੀਅਸ ਦੇ ਵਿੱਚੋਂ ਨਿਕਲਦਾ ਹੈ, ਇਹ ਬਾਅਦ 'ਚ ਡਿਸਕਸ ਕਰਾਂਗੇ। ਉਹਨੂੰ ਬੇਟਾ ਬੀਟਾ ਪਾਰਟੀਕਲ ਬੋਲਦੇ ਆ। ਬੀਟਾ ਪਾਰਟੀਕਲ ਦੇ ਉੱਤੇ ਬੇਟਾ ਚਾਰਜ ਯਾਦ ਕਰ ਲਓ ਨੈਗੇਟਿਵ ਹੈ,
हाँ जी बेटा क्लीयर। एक बेटा साढ़े कोल अल्फा पार्टिकल है जिन्होंं ਅਸੀਂ बोलते हैं हीलियम न्यूक्लियाई, हीलियम 2 ਤੇ 4, ਇਹਨੂੰ ਬੇਟਾ ਅਸੀਂ ਬੋਲਦੇ ਹਾਂ ਅਲਫਾ ਪਾਰਟੀਕਲ। ਇਹਦੇ ਉੱਪਰ ਵੀ ਬੇਟਾ ਚਾਰਜ ਪੋਜ਼ਿਟਿਵ ਹੈ ਕਿਉਂਕਿ ਇਹ ਹੀਲੀਅਮ ਨਿਊਕਲੀਅਸ ਹੈ। ਬੇਟਾ ਇਹਦਾ ਐਟੋਮਿਕ ਨੰਬਰ 2 ਹੋਣ ਕਰਕੇ ਇਹਦਾ ਜਿਹੜਾ ਚਾਰਜ ਹੋਏਗਾ 2 ਟਾਈਮਸ ਪ੍ਰੋਟੋਨ। ਬੇਟਾ ਇਲੈਕਟ੍ਰੋਨ ਦੀ ਗੱਲ ਨਹੀਂ ਕਰਨੀ ਕਿਉਂਕਿ ਇਹ ਨਿਊਕਲੀਅਸ ਹੈ, ਨਿਊਕਲੀਅਸ ਵਿੱਚ ਬੇਟਾ ਸਿਰਫ ਪ੍ਰੋਟੋਨ ਦੀ ਗੱਲ ਹੈ। ਸਾਡੇ ਕੋਲ 2 ਬੇਟਾ ਪ੍ਰੋਟੋਨ ਹੋਣ ਕਰਕੇ ਇਹਦਾ ਜਿਹੜਾ ਚਾਰਜ ਹੋਏਗਾ 2 ਟਾਈਮਸ ਦੈਟ ਆਫ ਪ੍ਰੋਟੋਨ। ਤੇ ਬੇਟਾ ਜਿਹੜਾ ਮਾਸ ਹੋਏਗਾ ਜਿਹੜਾ ਅਲਫਾ ਪਾਰਟੀਕਲ ਦਾ ਮਾਸ 4 ਹੋਣ ਕਰਕੇ ਬੇਟਾ 4 ਟਾਈਮਸ ਦੈਟ ਆਫ ਪ੍ਰੋਟੋਨ। ਬੇਟਾ ਇਹਦੇ ਵਿੱਚ ਨਿਊਟਰੋਨ ਵੀ ਹੁੰਦੇ ਆ ਪਰ ਮਾਸ ਨਿਊਟਰੋਨ ਦਾ ਤੇ ਪ੍ਰੋਟੋਨ ਦਾ ਸੇਮ ਹੀ ਹੁੰਦਾ ਹੈ, ਇਸ ਕਰਕੇ ਬੇਟਾ ਅਸੀਂ ਪ੍ਰੋਟੋਨ ਹੀ ਲਿਖ ਰਹੇ ਹਾਂ। ਬੇਟਾ ਯਾਦ ਕਰ ਲਓ ਜਿਹੜਾ ਅਲਫਾ ਪਾਰਟੀਕਲ ਹੈ ਉਹਦਾ ਜਿਹੜਾ ਚਾਰਜ ਹੈ ਪ੍ਰੋਟੋਨ ਨਾਲੋਂ ਡਬਲ, ਤੇ ਬੇਟਾ ਜਿਹੜਾ ਅਲਫਾ ਪਾਰਟੀਕਲ ਦਾ ਜਿਹੜਾ ਮਾਸ ਹੈ ਪ੍ਰੋਟੋਨ ਨਾਲੋਂ 4 ਟਾਈਮਸ। ਬੇਟਾ ਇੱਕ ਸਾਡੇ ਕੋਲ ਪਾਰਟੀਕਲ ਹੋਰ ਹੈ, ਇਹ ਦੂਸਰਾ ਹੋ ਗਿਆ। ਬੇਟਾ ਤੀਸਰਾ ਡਿਊਟਰੋਨ। ਬੇਟਾ ਡਿਊਟਰੋਨ ਦਾ ਮਤਲਬ ਹੈ ਪ੍ਰੋਟੋਨ ਤੇ ਨਿਊਟਰੋਨ, ਇੱਕ ਪ੍ਰੋਟੋਨ ਤੇ ਬੇਟਾ ਇੱਕ ਨਿਊਟਰੋਨ। ਪ੍ਰੋਟੋਨ ਇੱਕ ਹੋਣ ਕਰਕੇ ਬੇਟਾ ਚਾਰਜ ਸੇਮ ਐਜ਼ ਦੈਟ ਆਫ ਪ੍ਰੋਟੋਨ, ਪਰ ਬੇਟਾ ਜਿਹੜਾ ਮਾਸ ਹੋਏਗਾ ਦੋਨਾਂ ਦਾ ਸੇਮ ਹੈ, ਇਟ ਵਿਲ ਬੀ ਟਵਾਈਸ ਦੈਟ ਆਫ ਪ੍ਰੋਟੋਨ। ਹਾਂਜੀ ਬੇਟਾ ਕਲੀਅਰ। ਇਹ ਇਸ ਕਰਕੇ ਦੱਸਿਆ ਬੇਟਾ ਕਿਉਂਕਿ ਇਹਦੇ ਨਾਲ ਦੀ ਇੱਕ ਪ੍ਰੋਬਲਮ ਆਉਂਦੀ ਹੈ। ਬੇਟਾ ਇਸ ਪ੍ਰੋਬਲਮ ਦੇ ਵਿੱਚ ਸਾਡੇ ਕੋਲ 2 ਮੈਟਲ ਦੀਆਂ ਜਿਹੜੀਆਂ ਨੇ ਪੈਰਲਲ ਪਲੇਟਸ ਨੇ, ਇੱਕ ਉੱਪਰ ਬੇਟਾ ਸਾਡੇ ਕੋਲ ਪੋਜ਼ਿਟਿਵ ਚਾਰਜ ਹੈ, ਇੱਕ ਦੇ ਉੱਪਰ ਸਾਡੇ ਕੋਲ ਬੇਟਾ ਨੈਗੇਟਿਵ ਚਾਰਜ ਹੈ। ਬੇਟਾ ਅਸੀਂ 2 ਪਾਰਟੀਕਲਸ ਇੱਕ ਅਲਫਾ ਤੇ ਬੀਟਾ ਬੇਟਾ ਇੱਥੋਂ ਐਂਟਰ ਕਰਵਾਤੇ। ਪਹਿਲਾਂ ਦੇਖੋ ਦੋਨੋਂ ਆਪਸ ਵਿੱਚ ਪੈਰਲਲ ਸੀ, ਪਰ ਬੇਟਾ ਜਿਉਂ ਹੀ ਉਹ ਇਲੈਕਟ੍ਰਿਕ ਫੀਲਡ ਦੇ ਵਿੱਚ ਵੜੇ ਬੇਟਾ ਇਲੈਕਟ੍ਰਿਕ ਫੀਲਡ ਪੋਜ਼ਿਟਿਵ ਟੂ ਨੈਗੇਟਿਵ, ਜਿਉਂ ਹੀ ਬੇਟਾ ਇਲੈਕਟ੍ਰਿਕ ਫੀਲਡ 'ਚ ਵੜੇ ਬੇਟਾ ਦੋਨਾਂ ਦਾ ਜਿਹੜਾ ਪਾਥ ਦੇਖੋ ਬੇਟਾ ਡਿਫਰੈਂਟ ਹੋ ਗਿਆ। ਹੁਣ ਕੁਐਸਚਨ ਹੈ ਕਿ ਜਿਹੜਾ ਫਸਟ ਪਾਥ ਹੈ ਇਹ ਅਲਫਾ ਦਾ ਹੈ ਕਿ ਬੀਟਾ ਦਾ ਹੈ। ਇਸੇ ਤਰੀਕੇ ਨਾਲ ਬੇਟਾ ਦੇਖਣਾ ਦੂਸਰਾ ਕਿਹਦਾ ਹੈ। ਸਾਡਾ ਇਹ ਕੁਐਸਚਨ ਹੈ ਕਿ ਅਲਫਾ ਤੇ ਬੀਟਾ ਬੇਟਾ ਕਿਸ ਪਾਥ ਰਾਹੀਂ ਜਿਹੜੇ ਇਲੈਕਟ੍ਰਿਕ ਫੀਲਡ ਦੇ ਵਿੱਚੋਂ ਪਾਸ ਹੋਣਗੇ। ਬੇਟਾ ਸਾਨੂੰ ਪਤਾ ਹੈ ਕਿ ਪੋਜ਼ਿਟਿਵ ਚਾਰਜ ਮੂਵ ਕਰਦਾ ਬੇਟਾ ਇਨ ਦਾ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ। ਬੇਟਾ ਇਲੈਕਟ੍ਰਿਕ ਫੀਲਡ ਤੇ ਬੇਟਾ ਡਾਊਨਵਰਡ ਹੈ ਤੇ ਬੇਟਾ ਪੋਜ਼ਿਟਿਵ ਚਾਰਜ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਮੁੜਨਾ ਚਾਹੀਦਾ ਹੈ। ਬੇਟਾ ਆ ਤੇ ਇਲੈਕਟ੍ਰਿਕ ਫੀਲਡ ਦੇ ਅਗੇਂਸਟ ਹੋ ਗਿਆ, ਬੇਟਾ ਆ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਥੱਲੇ ਨੂੰ ਮੁੜ ਗਿਆ। ਇਹਦਾ ਮਤਲਬ ਬੇਟਾ ਆ ਸਾਡੇ ਕੋਲ ਪੋਜ਼ਿਟਿਵ ਚਾਰਜ ਵਾਸਤੇ ਹੋਏਗਾ ਤੇ ਬੇਟਾ ਆ ਅਗੇਂਸਟ ਹੈ, ਇਹ ਸਾਡੇ ਕੋਲ ਨੈਗੇਟਿਵ ਵਾਸਤੇ ਹੋਏਗਾ। ਇਹਦੇ ਵਿੱਚ ਬੇਟਾ ਬੀਟਾ ਪਾਰਟੀਕਲ ਪਿੱਛੇ ਡਿਸਕਸ ਕੀਤਾ ਨੈਗੇਟਿਵ ਹੋਣ ਕਰਕੇ ਆ ਪਾਥ ਬੇਟਾ ਸਾਡੇ ਕੋਲ ਬੀਟਾ ਦਾ ਹੋਏਗਾ। ਅਲਫਾ ਜਿਹੜਾ ਹੀਲੀਅਮ ਨਿਊਕਲੀਅਸ ਹੈ ਇਹਦੇ ਉੱਪਰ ਬੇਟਾ ਚਾਰਜ ਪੋਜ਼ਿਟਿਵ, ਇਹਦਾ ਮਤਲਬ ਬੇਟਾ ਪਾਥ ਜਿਹੜਾ ਬੇਟਾ ਸੈਕੰਡ ਹੈ ਇਹ ਸਾਡੇ ਕੋਲ ਬੇਟਾ ਅਲਫਾ ਨੂੰ ਰਿਪਰਜੈਂਟ ਕਰੇਗਾ। ਹਾਂਜੀ ਬੇਟਾ ਕਲੀਅਰ। ਨਾਓ ਕਮ ਟੂ ਨੈਕਸਟ ਪੁਆਇੰਟ। ਬੇਟਾ ਇਸ ਪ੍ਰੋਬਲਮ ਦੇ ਵਿੱਚ ਸਾਨੂੰ ਬੇਟਾ ਇੱਕ ਸ਼ੈੱਲ ਹੈ, ਹੋਲੋ ਸ਼ੈੱਲ। ਯੂਨੀਫਾਰਮਲੀ ਬੇਟਾ ਅਸੀਂ ਇਹਨੂੰ ਚਾਰਜ ਕਰ ਲਿਆ ਜਿਹਦਾ ਸੈਂਟਰ O ਹੈ ਤੇ ਬੇਟਾ ਰੇਡੀਅਸ ਉਹਦਾ R ਹੈ। ਤੇ ਕੁਐਸਚਨ ਬੇਟਾ ਇਹ ਆਲਰੇਡੀ ਆਰਟੀਕਲ ਡਿਸਕਸ ਕੀਤਾ ਬੇਟਾ, ਇਹਦੇ ਪੁਆਇੰਟ ਅਸੀਂ ਯਾਦ ਰੱਖਣੇ ਆ। ਇਲੈਕਟ੍ਰਿਕ ਫੀਲਡ ਬੇਟਾ ਸਾਡਾ ਜਿਹੜਾ ਮੈਕਸਿਮਮ ਹੁੰਦਾ ਹੈ ਔਨ ਦਾ ਸਰਫੇਸ ਦੇ ਉੱਪਰ। ਸਰਫੇਸ ਉੱਪਰ ਇਲੈਕਟ੍ਰਿਕ ਫੀਲਡ ਬੇਟਾ ਸ਼ੈੱਲ ਦੇ ਸਰਫੇਸ ਦੇ ਉੱਪਰ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ ਮੈਕਸਿਮਮ। ਤੇ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ 0 ਹੈ ਇਨਸਾਈਡ ਦਾ ਸ਼ੈੱਲ। ਸ਼ੈੱਲ ਦੇ ਅੰਦਰ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ ਹੈ 0 ਹੈ, ਪਰ ਅੰਦਰ ਬੇਟਾ ਪੋਟੈਂਸ਼ੀਅਲ ਕੌਂਸਟੈਂਟ ਹੈ। ਇਹ ਬੇਟਾ ਪਿੱਛੇ ਵੀ ਅਸੀਂ ਡਿਸਕਸ ਕੀਤਾ, ਪੋਟੈਂਸ਼ੀਅਲ ਕੌਂਸਟੈਂਟ ਹੈ, ਇਲੈਕਟ੍ਰਿਕ ਫੀਲਡ ਬੇਟਾ ਅੰਦਰ 0। ਤੇ ਬੇਟਾ ਜਦੋਂ ਅਸੀਂ ਬਾਹਰਲੇ ਪੁਆਇੰਟ ਉੱਪਰ ਕਿਤੇ ਇਲੈਕਟ੍ਰਿਕ ਫੀਲਡ ਨਿਕਾਲਣਾ ਹੈ ਤੇ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ ਘਟਦਾ ਜਾਏਗਾ ਅਕੋਰਡਿੰਗ ਟੂ 1/r²। ਇਸ ਰਿਲੇਸ਼ਨ ਦੇ ਅਕੋਰਡਿੰਗ ਬੇਟਾ ਉਹ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ ਡਿਕਰੀਜ਼ ਹੁੰਦਾ ਜਾਂਦਾ ਹੈ। ਹਾਂਜੀ ਬੇਟਾ ਕਲੀਅਰ। ਪਰ ਜੇ ਇਸੇ ਪ੍ਰੋਬਲਮ ਨੂੰ ਬੇਟਾ ਅਸੀਂ ਪੋਟੈਂਸ਼ੀਅਲ ਬਾਰੇ ਪੁੱਛੀਏ, ਜੇ ਬੇਟਾ ਇਹਦੇ ਵਿੱਚ ਅਸੀਂ ਪੋਟੈਂਸ਼ੀਅਲ ਬਾਰੇ ਪੁੱਛੀਏ ਤੇ ਸਾਡੇ ਕੋਲ ਬੇਟਾ ਜਿਹੜਾ ਪੋਟੈਂਸ਼ੀਅਲ ਹੈ ਜਿਹੜਾ ਇਲੈਕਟ੍ਰਿਕ ਪੋਟੈਂਸ਼ੀਅਲ ਬੇਟਾ ਉਹਦੀ ਵੈਲਿਊ ਸੇਮ ਜਿੰਨੀ ਬੇਟਾ ਇਨਸਾਈਡ ਓਨੀ ਹੀ ਵੈਲਿਊ ਬੇਟਾ ਜਿਹੜੀ ਹੋਏਗੀ ਸਾਡੀ ਹਾਂਜੀ ਬੇਟਾ ਸਰਫੇਸ ਦੇ ਉੱਪਰ ਹੋਏਗੀ। ਜਿੰਨੀ ਵੈਲਿਊ ਬੇਟਾ ਇਨਸਾਈਡ ਹੋਏਗੀ ਓਨੀ ਹੀ ਸਰਫੇਸ ਦੇ ਉੱਪਰ ਹੋਏਗੀ। ਪਰ ਬੇਟਾ ਜੇ ਅਸੀਂ ਆਊਟਸਾਈਡ ਦੀ ਗੱਲ ਕਰਾਂਗੇ, ਬਾਹਰ ਨਿਕਲ ਜਾਂਦੇ ਬੇਟਾ ਸ਼ੈੱਲ ਤੋਂ, ਉੱਥੇ ਪੋਟੈਂਸ਼ੀਅਲ ਬੇਟਾ ਫਿਰ ਉਹ ਘਟਦਾ ਜਾਏਗਾ। ਲੇਕਿਨ ਬੇਟਾ ਕਿਸ ਫਾਰਮੂਲੇ ਦੇ ਅਕੋਰਡਿੰਗ ਘਟੇਗਾ? ਅਕੋਰਡਿੰਗ ਟੂ 1/r, ਕਿਉਂਕਿ ਬੇਟਾ ਪੋਟੈਂਸ਼ੀਅਲ ਜਿਹੜਾ ਹੈ ਉਹ ਵੇਰੀ ਕਰਦਾ ਹੈ ਇਨਵਰਸਲੀ ਪ੍ਰੋਪੋਰਸ਼ਨਲ ਟੂ r।
ਬੇਟਾ ਨੈਕਸਟ ਪੁਆਇੰਟ ਸਾਡੇ ਕੋਲ ਹੈਗਾ ਹੈ, ਇੱਕ ਮੰਨ ਲਓ ਸਾਡੇ ਕੋਲ ਮਾਈਨਸ ਕਿਊ ਚਾਰਜ ਹੈ, ਇੱਕ ਦੂਸਰਾ ਬੇਟਾ ਸਾਡੇ ਕੋਲ ਨੈਗੇਟਿਵ ਚਾਰਜ ਹੈ। ਜੇ ਇਸ ਨੈਗੇਟਿਵ ਚਾਰਜ ਨੂੰ ਦੂਸਰੇ ਨੈਗੇਟਿਵ ਚਾਰਜ ਦੇ ਬੇਟਾ ਨੀਅਰ ਲੈ ਕੇ ਆਈਏ ਤੇ ਬੇਟਾ ਸਾਡੀ ਪੋਟੈਂਸ਼ੀਅਲ એનર્ਜੀ ਸਿਸਟਮ ਦੀ ਕੀ ਹੋਏਗੀ ਬੇਟਾ, ਦੋਨੋਂ ਚਾਰजेस ਨੈਗੇਟਿਵ ਨੇ ਤੇ ਬੇਟਾ ਫਾਰਮੂਲਾ ਅਸੀਂ ਪੜਿਆ 1/4 ਪਾਈ ਐਪਸੀਲੋਨ ਨਾਟ Q1 Q2 ਓਵਰ R। ਬੇਟਾ ਦੋਨਾਂ ਦੇ ਸਾਈਨ ਨੈਗੇਟਿਵ ਨੈਗੇਟਿਵ ਪਲੱਸ ਹੋਣ ਕਰਕੇ ਬੇਟਾ ਜਿਹੜੀ ਸਾਡੀ ਪੋਟੈਂਸ਼ੀਅਲ એનર્ਜੀ ਹੈ ਸਾਡੀ ਉਹ ਇਨਕਰੀਜ਼ ਹੋ ਜਾਏਗੀ ਡਿਊਰਿੰਗ ਰਿਪਲਸ਼ਨ। ਇਹ ਯਾਦ ਕਰ ਲਓ ਬੇਟਾ, ਰਿਪਲਸ਼ਨ ਵਿੱਚ ਸਾਡੇ ਕੋਲ ਜਿਹੜਾ ਵਰਕ ਡਨ ਜਿਹੜਾ ਹੁੰਦਾ ਹੈ ਉਹ ਪੋਜ਼ਿਟਿਵ ਹੋ ਜਾਂਦਾ ਹੈ, ਪੋਟੈਂਸ਼ੀਅਲ એનર્ਜੀ ਸਿਸਟਮ ਦੀ ਇਨਕਰੀਜ਼। ਤੇ ਬੇਟਾ ਜੇ ਇੱਕ ਪੋਜ਼ਿਟਿਵ ਹੈ ਤੇ ਦੂਸਰਾ ਚਾਰਜ ਅਸੀਂ ਨੈਗੇਟਿਵ ਲੈ ਕੇ ਆਉਂਦੇ ਹਾਂ ਤੇ ਬੇਟਾ ਉਸ ਟਾਈਮ ਤੇ ਸਾਡੇ ਕੋਲ ਡਾਇਰੈਕਸ਼ਨ ਹੋਏਗੀ ਤੇ ਸਾਡੀ ਜਿਹੜੀ ਬੇਟਾ ਪੋਟੈਂਸ਼ੀਅਲ એનર્ਜੀ ਹੈ ਉਹ ਡਿਕਰੀਜ਼ ਹੋ ਜਾਏਗੀ। ਨਾਓ ਬੇਟਾ ਆਈ ਹੋਪ ਕਿ ਬੇਟਾ ਇਹ ਸਾਰੇ ਕੁਐਸਚਨ ਜਿਹੜੇ ਆ ਧਿਆਨਪੂਰਵਕ ਕਰਨ ਤੋਂ ਬਾਅਦ ਬੇਟਾ ਤੁਸੀਂ ਜਿਹੜਾ ਹੈ ਪੇਪਰ ਨੂੰ ਅੱਛੇ ਤਰੀਕੇ ਦੇ ਨਾਲ ਬੇਟਾ ਅਟੈਂਪਟ ਕਰ ਸਕਦੇ ਜੇ। ਹਾਂਜੀ, ਥੈਂਕ ਯੂ ਬੇਟਾ।